ਵਾਇਸ ਆਫ ਇੰਡੀਆ 'ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਵਤਨ ਦੀ ਖੁਸ਼ਬੂ। ਵਤਨ ਤਾਂ ਉਹ ਹੁੰਦਾ ਜਿੱਥੇ ਅਸੀਂ ਰਹਿੰਦੇ ਹਾਂ, ਪਰ ਇੱਕ ਉਹ ਵਤਨ ਹੈ ਜਿੱਥੇ ਅਸੀਂ ਪੈਦਾ ਹੋਏ, ਵੱਡੇ ਹੋਏ, ਖੇਡੇ, ਮੱਲੇ, ਜਵਾਨੀ ਦੇ ਦਿਨ ਗੁਜ਼ਾਰੇ। ਉਸ ਵਤਨ ਦੇ ਮਿੱਟੀ ਦੇ ਨਾਲ ਸਾਡਾ ਜੁੜੇ ਰਹਿਣਾ ਜਿਹੜਾ ਬੜਾ ਇੰਪੋਰਟੈਂਟ ਹੈ। ਉਸੇ ਮਿੱਟੀ ਤੋਂ ਇੱਕ ਸ਼ਖਸੀਅਤ ਸਾਡੇ ਸਟੂਡੀਓ 'ਚ ਹਾਜ਼ਰ ਨੇ, ਸਰਦਾਰ ਬੀਰੇਂਦਰ ਸਿੰਘ ਜੀ, ਜਿਨ੍ਹਾਂ ਦਾ ਸਿੱਧਾ ਸੰਬੰਧ ਮੀਡੀਆ ਦੇ ਨਾਲ ਹੈ। ਅਤੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਮੀਡੀਆ ਪਰਸਨ ਸਾਡੇ ਵਤਨ ਤੋਂ, ਸਾਡੇ ਇਸ ਕਰਮ ਭੂਮੀ, ਜਨਮ ਭੂਮੀ ਤੋਂ ਸਾਡੀ ਕਰਮ ਭੂਮੀ ਵਿੱਚ ਆ ਕੇ ਸਾਡੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਹਾਜ਼ਰ ਨੇ। ਸਵਾਗਤ ਕਰਦੇ ਪਹਿਲਾਂ ਉਹਨਾਂ ਦਾ, ਅਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਬੀਰੇਂਦਰ ਜੀ। ਸਤਿ ਸ਼੍ਰੀ ਅਕਾਲ ਜੀ, ਔਰ ਬਹੁਤ ਬਹੁਤ ਸ਼ੁਕਰੀਆ ਇੱਥੇ ਮੈਨੂੰ ਸਟੂਡੀਓਜ਼ ਸੱਦਣ ਲਈ ਔਰ ਆਪਣੀ ਗੱਲਬਾਤ ਸਾਂਝੀ ਕਰਨ ਦੇ ਲਈ। ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡੀ ਵੀ ਬਹੁਤ। ਮੈਂ ਦੱਸਣਾ ਚਾਹੁੰਦਾ ਜੀ, ਸਰਦਾਰ ਬੀਰੇਂਦਰ ਸਿੰਘ ਆਲ ਇੰਡੀਆ ਰੇਡੀਓ ਜਲੰਧਰ ਦੇ ਨਾਲ ਸੰਬੰਧ ਨੇ। ਉੱਥੇ ਡਿਫਰੈਂਟ ਪ੍ਰੋਗਰਾਮਿੰਗਸ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ। ਰੇਡੀਓ ਜਿਹੜਾ ਹੈ ਉਹ ਬੜਾ ਵਧੀਆ ਮਾਧਿਅਮ ਹੈਗਾ ਲੋਕਾਂ ਤੱਕ ਆਪਣੀ ਗੱਲ ਕਰਨ ਦਾ। ਆਲ ਇੰਡੀਆ ਰੇਡੀਓ ਸਰਕਾਰੀ ਅਦਾਰਾ ਹੈ, ਭਾਵੇਂ ਸਰਕਾਰੀ ਅਦਾਰਾ ਹੈ, ਪਰ ਉਸ ਰੇਡੀਓ ਦੇ ਉੱਤੋਂ ਤੁਸੀਂ ਜਦੋਂ ਕਿਤੇ ਆਵਾਜ਼ ਸੁਣਦੇ ਸੀ ਪੁਰਾਣੇ ਜ਼ਮਾਨੇ ਵਿੱਚ, ਭਾਈਆ ਠੰਡੂ ਰਾਮ ਅਤੇ ਹੋਰ ਉਹਨਾਂ ਦੇ ਨਾਲ ਸਾਥੀ, ਜਾਂ ਫਿਰ ਤੁਸੀਂ ਸੁਣਦੇ ਸੀ ਹਰਬੰਸ ਸਿੰਘ ਖੁਰਾਣਾ ਨੂੰ, ਜਾਂ ਫਿਰ ਤੁਸੀਂ ਸੁਣਦੇ ਸੀਗੇ ਹੋਰਨਾਂ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਦੀ ਆਵਾਜ਼ ਸੁਣਨ ਨੂੰ ਕੰਨ ਤਰਸਦੇ ਸੀ। ਅੱਜ ਉਹਨਾਂ ਵਿੱਚੋਂ ਇੱਕ ਉਹੋ ਜਿਹੀ ਆਵਾਜ਼ ਨੇ ਸਰਦਾਰ ਬੀਰੇਂਦਰ ਸਿੰਘ, ਜਿਹੜੇ ਸਟੂਡੀਓ ਵਿੱਚ ਸਾਡੇ ਨਾਲ ਬੈਠੇ ਨੇ ਅਤੇ ਗੱਲਾਂ ਬਾਤਾਂ ਕਰਾਂਗੇ। ਪਹਿਲਾਂ ਤਾਂ ਇਹਨਾਂ ਕੋਲੋਂ ਹੀ ਪੁੱਛਦੇ ਹਾਂ ਕਿ ਇਹ ਮੀਡੀਆ ਦੇ ਵਿੱਚ ਜਾਂ ਆਲ ਇੰਡੀਆ ਰੇਡੀਓ ਵਿੱਚ ਰਹਿ ਕੇ, ਜਾਂ ਮੀਡੀਆ ਦੇ ਹੋਰ ਡਿਫਰੈਂਟ ਜਿਹੜੇ ਪ੍ਰੋਜੈਕਟਸ ਹੁੰਦੇ ਰਹਿੰਦੇ ਆ, ਉਹਨਾਂ ਦੇ ਨਾਲ ਵਾਬਸਤਾ ਰਹਿ ਕੇ ਕੀ ਰੋਲ ਨਿਭਾ ਰਹੇ ਨੇ, ਕੀ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਬੀਰੇਂਦਰ ਜੀ, ਰੇਡੀਓ ਦੇ ਵਿੱਚ ਇਕੱਲਾ ਖਬਰਾਂ ਸੁਣਨ ਵਾਲੀ ਗੱਲ ਤਾਂ ਨਹੀਂ ਹੁੰਦੀ, ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਜਿਹੜੇ ਤੁਸੀਂ ਰੈਗੂਲਰ ਬੇਸਿਸ 'ਤੇ ਜਦੋਂ ਸੁਣਦੇ ਹੋ ਤਾਂ ਤੁਹਾਨੂੰ ਉਡੀਕ ਰਹਿੰਦੀ ਆ ਕਿ ਉਹ ਟਾਈਮ ਕਿਹੜਾ ਜੀ। ਮੈਂ ਉਹ ਭਾਈਆ ਠੰਡੂ ਰਾਮ ਦੀ ਗੱਲ ਕੀਤੀ ਸੀ, ਉਹ ਮੇਰਾ ਪਿੰਡ ਮੇਰੇ ਖੇਤ ਦਾ ਪ੍ਰੋਗਰਾਮ ਆਉਂਦਾ ਸੀ ਜੀ। ਉਹ ਖਬਰਾਂ ਵੀ ਦੱਸਦੇ ਸੀ, ਮੌਸਮ ਦਾ ਹਾਲ ਵੀ ਦੱਸਦੇ ਸੀ, ਗਾਣੇ ਵੀ ਸੁਣਾਉਂਦੇ ਸੀ, ਬਹੁਤ ਵਧੀਆ ਗੱਲਾਂ ਬੜੀਆਂ ਪਿਆਰੀਆਂ ਕਰਦੇ ਸੀ। ਉਹਨਾਂ ਵਿੱਚ ਇੱਕ ਸ਼ਖਸੀਅਤ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ ਜੀ, ਭਾਰਦਵਾਜ ਜੀ ਹੈਗੇ, ਫੋਟੋਗ੍ਰਾਫਰ, ਜਲੰਧਰ ਮਾਡਲ ਟਾਊਨ ਮਾਰਕੀਟ ਦੇ ਵਿੱਚ। ਉਹਨਾਂ ਦੇ ਬੇਟਾ ਸ਼ਾਇਦ ਦੁਕਾਨ ਹੁਣ ਕਰਦਾ ਉਹ ਫੋਟੋਗ੍ਰਾਫੀ ਦੀ, ਅਤੇ ਉਹਨਾਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ। ਹੋਰ ਵੀ ਬੜੇ, ਹਰਬੰਸ ਸਿੰਘ ਖੁਰਾਣਾ, ਮੈਂ ਬੈਂਕ 'ਚ ਜੋਬ ਕੀਤੀ ਹੈ, ਆਲ ਇੰਡੀਆ ਰੇਡੀਓ ਦੇ ਸਾਹਮਣੇ, ਰੇਡੀਓ ਸਟੇਸ਼ਨ ਦੇ ਸਾਹਮਣੇ ਮੇਰਾ ਆਫਿਸ, ਅਤੇ ਉਹਨਾਂ ਨੇ ਰੈਗੂਲਰ ਬੇਸਿਸ 'ਤੇ, ਕਈ ਵਾਰੀ ਬਿਨਾਂ ਕੰਮ ਤੋਂ, ਬੈਂਕ ਨਾਲ ਕੋਈ ਕੰਮ ਨਹੀਂ ਹੈ, ਉਂਝ ਹੀ ਸਾਨੂੰ ਹਾਏ ਹੈਲੋ ਕਰਨਾ ਆਉਣਾ, ਅਤੇ ਉਹਨਾਂ ਦੀ ਆਵਾਜ਼ ਅਸੀਂ ਉਹਨਾਂ ਨੂੰ ਕਹਿਣਾ ਜਿੱਦਾਂ ਤੁਸੀਂ ਰੇਡੀਓ 'ਤੇ ਬੋਲਦੇ ਉੱਦਾਂ ਹੀ ਬੋਲੋ। ਰੇਡੀਓ 'ਤੇ ਆਵਾਜ਼ ਥੋੜ੍ਹੀ ਜਿਹੀ ਚੇਂਜ ਕਰਕੇ ਬੋਲਣਾ ਪੈਂਦਾ ਸੀ ਨਾ ਜੀ। ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਲੋਕ ਉਡੀਕਦੇ ਆ ਕਿ ਕਿਹੜੇ ਟਾਈਮ 'ਤੇ ਕਿਹੜਾ ਪ੍ਰੋਗਰਾਮ ਆਉਣਾ ਜੀ। ਗਾਣੇ ਤਾਂ ਸਾਰੇ ਹੀ ਸੁਣਦੇ ਆ ਬਿਲਕੁਲ, ਚੱਲਦੇ ਰਹਿੰਦੇ ਰੇਡੀਓ, ਕਈ ਘਰਾਂ ਵਿੱਚ, ਕਈ ਅਦਾਰਿਆਂ ਵਿੱਚ 24 ਆਵਰ ਹੀ ਚੱਲਦੇ ਰਹਿੰਦੇ, ਮਿਊਜ਼ਿਕ ਚੱਲਦਾ ਹੀ ਰਹਿੰਦਾ। ਪਰ ਇੱਕ ਖਾਸ ਪ੍ਰੋਗਰਾਮ, ਤੁਸੀਂ ਕਿਹੜੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਰਹੇ ਹੋ ਜੀ? ਬ੍ਰੌਡਕਾਸਟਰ ਹੋਣ ਦੇ ਨਾਤੇ ਭਾਜੀ, ਸਾਡੇ ਜਿਹੜੇ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ, ਜ਼ਿੰਮੇਦਾਰੀਆਂ ਹੁੰਦੀਆਂ ਨੇ, ਉਹ ਵੱਖੋ ਵੱਖਰੀਆਂ ਹੁੰਦੀਆਂ ਨੇ। ਜਿਹੜਾ ਆਲ ਇੰਡੀਆ ਰੇਡੀਓ, ਪਹਿਲਾਂ ਤਾਂ ਮੈਂ ਬੁਨਿਆਦੀ ਤੌਰ 'ਤੇ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਪਬਲਿਕ ਸਰਵਿਸ ਬ੍ਰੌਡਕਾਸਟਿੰਗ ਮੀਡੀਆ ਹੋਣ ਦੇ ਨਾਤੇ ਰੇਡੀਓ ਨੂੰ ਡਿਫਰੈਂਸ਼ੀਏਟ ਕੀਤਾ ਗਿਆ। ਬਈ ਜਿੱਦਾਂ ਦਿਹਾਤੀ ਪ੍ਰੋਗਰਾਮ ਤੁਸੀਂ ਭਾਈਆ ਜੀ ਦੀ, ਠੰਡੂ ਰਾਮ ਜੀ ਦੀ, ਰੌਣਕੀ ਰਾਮ ਜੀ ਦੀ ਗੱਲ ਕੀਤੀ, ਉਹ ਸਾਡਾ ਫਾਰਮ ਸੈਕਟਰ ਦੇ ਪ੍ਰੋਗਰਾਮਸ ਨੇ, ਜਿਹਦਾ ਮਕਸਦ ਇਹ ਹੈ ਕਿ ਐਗਰੀਕਲਚਰ ਯੂਨੀਵਰਸਿਟੀਜ਼ ਦੀਆਂ ਜੋ ਟੈਕਨੋਲੋਜੀ ਦੇ ਨਾਲ ਜੁੜੀਆਂ ਨਵੀਆਂ ਚੀਜ਼ਾਂ ਨੇ, ਗੱਲਾਂ ਨੇ, ਉਹ ਕਿਸਾਨਾਂ ਤੱਕ ਸਾਦੇ ਤਰੀਕੇ ਨਾਲ ਪਹੁੰਚਾਈਆਂ ਜਾਣ, ਸਿੱਧੀ ਪੱਧਰੀ ਵੀ, ਤਾਂ ਹੀ ਉਹ ਕਿਰਦਾਰ ਉੱਦਾਂ ਦੇ ਬਣਾਏ ਜਾਂਦੇ ਸੀ ਤਾਂ ਕਿ ਕੋਈ ਜਿਹੜਾ ਪਿੰਡ 'ਚ ਬੈਠਾ ਜ਼ਿੰਮੇਦਾਰ ਹੈ, ਕੋਈ ਬਜ਼ੁਰਗ ਹੈ, ਕੋਈ ਬੱਚਾ ਜਾਂ ਨੌਜਵਾਨ ਹੈ, ਉਹਨੂੰ ਲੱਗੇ ਵੀ ਮੇਰੇ ਨਾਲ ਬਹਿ ਕੇ ਗੱਲ ਕਰਦੇ, ਮੇਰੀ ਜ਼ੁਬਾਨ 'ਚ ਗੱਲ ਹੁੰਦੀ ਪਈ। ਸੋ ਉਹ ਸਾਦਗੀ ਉਸ ਤਰੀਕੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਔਰ ਮੈਂ ਸੋਚਦਾ ਕਿ ਜਦੋਂ ਹਰੀ ਕ੍ਰਾਂਤੀ ਸਾਡੇ ਭਾਰਤ ਵਿੱਚ ਆਈ, ਉਹਦੇ 'ਚ ਦਿਹਾਤੀ ਪ੍ਰੋਗਰਾਮ ਨੇ, ਸਾਡੇ ਇਸ ਸੈਕਸ਼ਨ ਨੇ ਬਹੁਤ ਵੱਡਾ ਰੋਲ ਅਦਾ, ਬੜੀ ਵੱਡੀ ਕੰਟਰੀਬਿਊਸ਼ਨ। ਵੀ ਉਹ ਜੋ ਐਗਰੀਕਲਚਰ ਯੂਨੀਵਰਸਿਟੀ ਚਾਹੁੰਦੀ ਸੀ
ਕਿ ਉਹ ਘਰ ਘਰ ਪਹੁੰਚੇ। ਹੁਣ ਉਹਨਾਂ ਦੇ ਸਟਾਫ ਦੇ ਥਰੂ ਤਾਂ ਉਹ ਘਰ ਘਰ ਪਹੁੰਚਣਾ ਬਹੁਤ ਔਖਾ ਸੀ, ਪਰ ਇੱਕ ਰੇਡੀਓ ਸੈੱਟ ਦੇ ਜ਼ਰੀਏ ਉਦੋਂ ਮੀਡੀਆ ਵੀ ਇਹੀ ਹੁੰਦਾ ਸੀ ਨਾ ਜੀ। ਬਿਲਕੁਲ ਜ਼ਿਆਦਾ ਸਾਧਨ ਨਹੀਂ ਸੀ। ਟੀਵੀ ਤੇ ਪ੍ਰੋਗਰਾਮ ਜੇ ਟੀਵੀ ਬਹੁਤ ਦੇਰ ਬਾਅਦ ਸ਼ੁਰੂ ਹੋਇਆ ਹਾਂਜੀ, ਤੇ ਉਹ ਇੱਕ ਲਿਮਿਟਡ ਟਾਈਮ ਹੁੰਦਾ ਸੀ। ਹਾਂ, ਰੇਡੀਓ 24 ਆਵਰ ਚੱਲੀ ਜਾਂਦਾ। ਬਿਲਕੁਲ। ਸੋ ਇਦਾਂ ਦਿਹਾਤੀ ਪ੍ਰੋਗਰਾਮ ਹੈ, ਇਦਾਂ ਹੀ ਔਰਤਾਂ ਦੀ ਭਲਾਈ ਦੇ ਪ੍ਰੋਗਰਾਮਸ ਨੇ, ਔਰ ਇਦਾਂ ਹੀ ਗਾਣਿਆਂ ਵਜਾਣਿਆਂ ਦੇ ਵੀ ਪ੍ਰੋਗਰਾਮਸ ਨੇ, ਇਦਾਂ ਹੀ ਮਾਰਨਿੰਗ ਸ਼ੋਅ ਨੇ। ਸੋ ਸਾਡਾ ਬ੍ਰੌਡਕਾਸਟਰ ਹੋਣ ਦੇ ਨਾਤੇ ਸਾਡਾ ਜਿਹੜਾ ਕਿਰਦਾਰ ਹੈ ਉਹ ਹਰ ਰੋਜ਼ ਬਦਲਦਾ ਰਹਿੰਦਾ ਹੈ। ਨਾਰਮਲੀ ਤਾਂ ਅਸੀਂ ਟਰਾਂਸਮਿਸ਼ਨ ਡਿਊਟੀ ਕਰਦੇ ਹਾਂ ਕਿ ਇੱਕ ਸ਼ਿਫਟ ਕਰਨੀ ਹੈ ਅਸੀਂ। ਜਿੱਦਾਂ ਮਾਰਨਿੰਗ ਜੇ ਅਸੀਂ ਕੰਮ ਕਰ ਰਹੇ ਹਾਂ ਤੇ ਉਹਦੇ 'ਚ ਇੱਕ ਮਾਰਨਿੰਗ ਸ਼ੋਅ 1 ਘੰਟੇ ਦਾ ਹੋਏਗਾ, ਜਿਹਦੇ 'ਚ ਅਸੀਂ ਜੋ ਹੈਪਨਿੰਗ ਅਰਾਊਂਡ ਹੈ, ਆਲੇ ਦੁਆਲੇ ਜੋ ਵਾਪਰਿਆ, ਕੋਵਿਡ ਹੈ, ਕੋਵਿਡ ਤੋਂ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਡਾਕਟਰਸ ਕੀ ਰਾਏ ਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਉਣੀ, ਡੂਜ਼ ਡੋਂਟਸ ਕੀ ਨੇ, ਲੋਕਾਂ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ, ਉਹਦੇ ਬਾਰੇ ਆਗਾਹ ਕਰਨਾ ਹੈ ਜੀ। ਹੈਲਥ ਦੇ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਕੋਈ ਸਲੰਪਸ 'ਚ ਲੋਕ ਰਹਿੰਦੇ ਨੇ, ਪਿੰਡਾਂ 'ਚ ਲੋਕ ਰਹਿੰਦੇ ਨੇ, ਉਹਨਾਂ ਨੂੰ ਸੋਝੀ ਨਹੀਂ ਕਿ ਬੱਚਿਆਂ ਦੀ ਇਮਿਊਨਾਈਜੇਸ਼ਨ ਕਿੱਦਾਂ ਕਰਨੀ ਹੈ, ਕੀ ਕਰਨੀ ਹੈ, ਉਹਨਾਂ ਨੂੰ ਆਗਾਹ ਕਰਨਾ, ਔਰ ਇਸ ਤਰੀਕੇ ਨਾਲ ਆਗਾਹ ਕਰਨਾ ਕਿ ਉਹ ਸਾਡੇ ਪ੍ਰੋਗਰਾਮਸ ਦੀ ਇੰਤਜ਼ਾਰ ਕਰਨ, ਵੇਟ ਕਰਨ। ਉਹੀ ਗੱਲ ਇੱਦਾਂ ਨਾ ਹੋਵੇ ਕਿ ਉਹਨਾਂ ਨੂੰ ਲੱਗੇ ਕਿ ਯਾਰ ਇਹ ਪਕਾਊ ਜੀ ਚੀਜ਼ ਹੈ, ਭਾਸ਼ਣਬਾਜ਼ੀ ਹੈ, ਜਾਂ ਇੱਦਾਂ ਦੱਸਿਆ ਜਾ ਰਿਹਾ ਕਿ ਜਿੱਦਾਂ ਟੀਚਰ ਸਕੂਲ 'ਚ ਸਮਝਾਉਂਦੇ ਨੇ। ਸੋ ਇਸ ਤਰੀਕੇ ਦੇ ਨਾਲ ਸਾਦੇ ਅੰਦਾਜ਼ 'ਚ, ਦਿਲਚਸਪ ਅੰਦਾਜ਼ 'ਚ ਉਹ ਪ੍ਰੋਗਰਾਮ ਉਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਜਾਂਦੇ ਨੇ, ਜਿਹਦੇ 'ਚੋਂ ਹਫਤੇ ਦੇ 2 ਮਾਰਨਿੰਗ ਸ਼ੋਜ਼ ਮੈਂ ਕਰਦਾ। ਅੱਛਾ ਜੀ। ਕੁਝ ਲਾਈਵ ਫੋਨ ਇਨ ਪ੍ਰੋਗਰਾਮਸ ਨੇ ਉਹ ਕਰਦਾ। ਕਦੇ ਕੋਈ ਡਾਕਟਰ ਨਾਲ ਜੇ ਇੰਟਰਵਿਊ ਹੈ, ਇੰਟਰਵਿਊ ਦਾ ਫਾਰਮੈਟ ਹੁਣ ਸਾਡੇ ਇੱਦਾਂ ਹੁੰਦਾ ਕਿ ਐਕਸਪਰਟ ਲਾਈਵ ਬੈਠੇ ਨੇ, ਉਹਨਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ, ਲੋਕਾਂ ਨੂੰ ਵੀ ਇਨਵਾਈਟ ਕੀਤਾ ਜਾਂਦਾ ਵੀ ਜੇ ਤੁਹਾਡਾ ਕੋਈ ਸਵਾਲ, ਕੋਈ ਸਮੱਸਿਆ ਹੈ ਤੇ ਪੁੱਛੋ। ਲਾਈਵ ਕੁਐਸਚਨ ਕਰਦੇ ਨੇ, ਔਰ ਵਿੱਚ ਉਹਦੇ ਗਾਣਾ ਵਜਾਣਾ ਵੀ ਹੁੰਦਾ ਹੈ ਕਿ ਜਿਹਦਾ ਉਹ ਇੰਟਰਸਟ ਦੀ ਗੱਲ ਨਹੀਂ ਵੀ ਹੈ ਉਹਨੂੰ ਐਂਟਰਟੇਨ ਵੀ ਕਰ ਸਕੇ। ਸੋ ਹਰ 1 ਘੰਟੇ ਦਾ ਜੇ ਸ਼ੋਅ ਹੈ ਤੇ ਉਹਦੇ 'ਚ ਸਾਡਾ ਕੰਟੈਂਟ ਇਹ ਰੱਖਿਆ ਜਾਂਦਾ ਹੈ ਕਿ ਇਹਦੇ 'ਚੋਂ ਘੱਟੋ ਘੱਟ 30 ਮਿੰਟ ਜਿਹੜਾ ਮਿਊਜ਼ਿਕ ਜ਼ਰੂਰ ਜਾਵੇ, 30 ਮਿੰਟ ਦੀ ਗੱਲਬਾਤ ਜਾਵੇ, ਤਾਂ ਕਿ ਹਰ ਕਿਸੇ ਦਾ ਉਹ ਬੈਲੈਂਸ ਬਣਿਆ ਰਹੇ। ਸਟੂਡੀਓ ਵਿੱਚ ਆਉਣ ਤੋਂ ਪਹਿਲਾਂ ਆਪਾਂ ਰਸਤੇ 'ਚ ਗੱਲ ਕਰਦੇ ਆਉਂਦੇ ਸੀ ਵੀ ਤੁਸੀਂ ਇਕੱਲੇ ਸਿਰਫ ਆਲ ਇੰਡੀਆ ਰੇਡੀਓ ਨਾਲ ਹੀ ਨਹੀਂ ਜੁੜੇ ਹੋਏ, ਜੀ, ਤੁਹਾਡੀਆਂ ਐਕਟੀਵਿਟੀਜ਼ ਹੋਰ ਵੀ ਹੈਗੀਆਂ ਜੀ। ਕਿਹੜੀਆਂ ਐਕਟੀਵਿਟੀਜ਼ ਹੈ ਜ਼ਰਾ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ। ਮੈਨੂੰ ਬ੍ਰੌਡਕਾਸਟਰ ਹੋਣ ਦੇ ਨਾਤੇ ਕਾਫੀ ਕੰਮ ਕਰਨ ਦਾ ਮੌਕਾ ਮਿਲਿਆ ਭਾਜੀ। ਆਲ ਇੰਡੀਆ ਰੇਡੀਓ ਤੇ ਮੈਂ ਕੰਮ, ਪ੍ਰੋਗਰਾਮਿੰਗ, ਇਹ ਸਾਰਾ ਕੁਝ ਕਰ ਹੀ ਰਿਹਾ। ਡੀਡੀ ਪੰਜਾਬੀ ਤੇ ਲਾਈਵ ਮਾਰਨਿੰਗ ਸ਼ੋਅ ਚੱਲਦਾ ਸੀ ਜਿਹੜਾ, ਉਹ ਮੈਂ 7-8 ਸਾਲ ਪ੍ਰੈਜ਼ੈਂਟ ਕਰਦਾ ਰਿਹਾ। ਅੱਛਾ। ਡੀਡੀ ਪੰਜਾਬੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਡਾਕੂਮੈਂਟਰੀਜ਼ ਨੇ ਉਹਦੇ 'ਚ ਮੈਨੂੰ ਵੌਇਸ ਓਵਰਸ ਕਰਨ ਦਾ ਮੌਕਾ ਮਿਲਿਆ। ਫੋਰ ਐਗਜ਼ਾਮਪਲ ਗੁਰੂ ਮਾਨਿਓ ਗ੍ਰੰਥ ਦੂਰਦਰਸ਼ਨ ਦਾ ਇੱਕ ਬੜਾ ਪ੍ਰੈਸਟੀਜੀਅਸ ਪ੍ਰੋਜੈਕਟ ਸੀ, ਜਿਹਦੇ 'ਚ 8-10 ਐਪੀਸੋਡ ਦਾ ਸੀਰੀਅਲ ਸੀ, ਔਰ ਗੁਰੂ ਮਾਨਿਓ ਗ੍ਰੰਥ ਦਾ ਸਕ੍ਰਿਪਟ ਸਾਡੇ ਅਦੀਬ ਸੁਰਜੀਤ ਪਾਤਰ ਹੋਰਾਂ ਨੇ ਉਹਨੂੰ ਸਕ੍ਰਿਪਟ ਕੀਤਾ ਸੀ। ਸੋ ਉਹਦੀ ਇੱਕ ਤਾਂ ਹਿੰਦੀ 'ਚ ਪ੍ਰੋਡਕਸ਼ਨ ਉਹਦੀ ਕੀਤੀ ਗਈ, ਇੱਕ ਪੰਜਾਬੀ 'ਚ ਕੀਤੀ ਗਈ। ਉਹ ਜਿਹੜਾ ਪੰਜਾਬੀ ਦਾ ਵੌਇਸ ਓਵਰ ਸੀ ਉਹ ਮੈਨੂੰ ਕਰਨ ਦਾ ਤੁਹਾਨੂੰ ਮਿਲਿਆ। ਜੀ ਜੀ। ਇੱਕ ਤੁਸੀਂ ਦੱਸਦੇ ਸੀ ਜਿਹੜਾ ਉਹ ਜੰਗੇ ਆਜ਼ਾਦੀ ਵਾਲਾ ਕਰਤਾਰਪੁਰ 'ਚ। ਜੀ, ਕਰਤਾਰਪੁਰ 'ਚ ਸਾਡੇ ਸ਼ਹੀਦਾਂ ਨੂੰ ਸਮਰਪਿਤ ਇੱਕ ਜੰਗੇ ਆਜ਼ਾਦੀ ਸਮਾਰਕ ਬਣਾਇਆ ਗਿਆ। ਸੋ ਉਹਦਾ ਵੌਇਸ ਓਵਰ ਕਰਨ ਦਾ, ਉਹ ਜਦੋਂ ਤੁਸੀਂ ਜੰਗੇ ਆਜ਼ਾਦੀ ਦੇਖਣ ਜਾਂਦੇ ਹੋ ਔਰ ਉਹ ਲਾਈਟ ਐਂਡ ਸਾਊਂਡ ਪੇਸ਼ ਕਰਦੇ ਨੇ ਸਾਹਮਣੇ, ਔਰ ਉਹਦੀ ਜਿਹੜੀ ਆਵਾਜ਼ ਹੈ ਪੰਜਾਬੀ 'ਚ ਔਰ ਹਿੰਦੀ 'ਚ, ਉਹ ਆਵਾਜ਼ ਮੈਨੂੰ ਦੇਣ ਦਾ ਮੌਕਾ ਮਿਲਿਆ। ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ। ਹੁਣ ਜਦੋਂ ਵੀ ਕਦੀ ਕਰਤਾਰਪੁਰ ਗਏ ਹਾਂਜੀ ਤੇ ਉਹ ਦੇਖ ਕੇ ਆਵਾਂਗੇ ਤੇ ਫਿਰ ਕੰਪੇਅਰ ਕਰਾਂਗੇ ਤੁਹਾਡੀ ਆਵਾਜ਼ ਨਾਲ। ਬਿਲਕੁਲ ਜੀ। ਇਸ ਤੋਂ ਇਲਾਵਾ ਜਿੱਦਾਂ ਮੈਂ ਪਹਿਲਾਂ ਕ੍ਰਿਕਟ ਦੇ ਨਾਲ ਜੁੜਿਆ ਰਿਹਾ, ਕ੍ਰਿਕਟ ਖੇਡ ਦੇ ਨਾਲ। ਸਾਡਾ ਸਾਰਾ ਪਰਿਵਾਰ ਬੇਸਿਕਲੀ ਕ੍ਰਿਕਟ ਦੇ ਨਾਲ ਹੀ ਜੁੜਿਆ। ਮੇਰਾ ਬੇਟਾ ਅੰਡਰ 19 ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਇਸ ਸਾਲ, ਜਿਹੜਾ ਇੰਡੀਆ ਨੇ ਵਰਲਡ ਕੱਪ ਜਿੱਤਿਆ। ਵੈਰੀ ਗੁੱਡ। ਸੋ ਕ੍ਰਿਕਟ ਦੇ ਨਾਲ ਜੁੜੇ ਹੋਣ ਕਰਕੇ ਕਮੈਂਟਰੀਜ਼ ਕਰਨ ਦਾ ਮੌਕਾ ਵੀ ਮੈਨੂੰ ਮਿਲਿਆ। ਸੋ ਇੰਡੀਆ ਦੇ ਆਸਟ੍ਰੇਲੀਆ ਨਾਲ ਜਾਂ ਸਾਊਥ ਅਫਰੀਕਾ ਨਾਲ ਜਾਂ ਇੰਟਰਨੈਸ਼ਨਲ ਜਿੰਨੇ ਵੀ ਮੈਚਿਸ ਨੇ, ਉਹਨਾਂ ਮੈਚਿਸ ਦੀ ਹਿੰਦੀ 'ਚ ਕਮੈਂਟਰੀ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ। ਸੋ ਵੀ ਮੈਂ ਉੱਥੇ ਰੇਡੀਓ 'ਚ ਕਰ। ਮੈਨੂੰ ਲੱਗਦਾ ਜੀ ਕਿ ਸਾਨੂੰ ਬਹੁਤ ਸਾਰਾ ਪਹਿਲਾਂ ਮਿਲਣਾ ਚਾਹੀਦਾ ਸੀਗਾ। ਮੈਂ ਅਖਬਾਰ 'ਚ ਕੰਮ ਕੀਤਾ ਜੀ ਤੇ ਉੱਥੇ ਮੈਨੂੰ ਸਪੋਰਟਸ ਦੀਆਂ ਖਬਰਾਂ ਦੇ ਵਿੱਚੋਂ ਜਿਹੜੀ ਇਹ ਕ੍ਰਿਕਟ ਦੀ ਖਬਰ ਹੁੰਦੀ ਸੀ ਨਾ ਜੀ, ਅੱਛਾ ਜੀ, ਇਹਨਾਂ ਅਲਰਜੀ ਸੀ ਬੜੀ। ਇੱਕ ਤਾਂ ਉਹਨਾਂ ਦਿਨਾਂ 'ਚ 5-5 ਦਿਨਾਂ ਦਾ ਮੈਚ ਹੁੰਦਾ ਸੀਗਾ। ਬਿਸ਼ਨ ਸਿੰਘ ਬੇਦੀ ਦੇ ਟਾਈਮ ਦੀ ਗੱਲ ਹੈ ਜੀ। 5 ਦਿਨ ਦਾ ਮੈਚ ਹੋਣਾ, 5ਵੇਂ ਦਿਨ ਕਹਿਣਾ ਜੀ ਡਰਾ ਹੋ ਗਿਆ। ਤੇ ਉਹ ਜਿਹੜੀ ਇਨਫੋਰਮੇਸ਼ਨ ਆਉਣੀ, ਉਹ ਅਖਬਾਰ ਦੀ ਇੱਛਾ ਹੁੰਦੀ ਸੀ ਕਿ ਫਟਾਫਟ ਉਹ ਸੁਰਖੀ ਬਣ ਕੇ ਆਉਣੀ ਚਾਹੀਦੀ ਹੈ। ਤੇ ਸਾਨੂੰ ਹੁੰਦਾ ਸੀ ਵੀ ਉਹ ਜ਼ਮਾਨੇ 'ਚ ਜਿਹੜੇ ਹੈਗੇ ਟੈਲੀਪ੍ਰਿੰਟਰ ਹੁੰਦੀ ਸੀਗੀ, ਉਹ ਨਿਊਜ਼ ਆਉਂਦਿਆਂ ਉਹਨਾਂ ਨੇ ਕਈ ਘੰਟੇ ਲਾ ਦੇਣੇ। ਫਿਰ ਜਦੋਂ ਨਿਊਜ਼ ਆਉਣੀ, ਫਿਰ ਉਹ LBW ਇੱਦਾਂ ਹੋ ਗਈ ਜੀ, ਉਹ ਇੱਦਾਂ ਹੋ ਗਿਆ, ਉਹ ਸਮਝ ਤੋਂ ਬਾਹਰ ਸੀ ਜੀ। ਜੇ ਆਪਾਂ ਮਿਲੇ ਹੁੰਦੇ ਤੇ ਸ਼ਾਇਦ ਮੇਰੇ ਲਈ ਮੈਂ ਤੁਹਾਡੀ ਮਦਦ ਕਰ ਸਕਦਾ, ਸੌਖਾ ਹੁੰਦਾ ਮੇਰੇ ਲਈ। ਠੀਕ ਹੈ। ਅੱਛਾ, ਚਲੋ ਹੁਣ ਚੰਗੀ ਗੱਲ ਹੈ ਕਿ ਤੁਹਾਡੀ ਬੈਕਗਰਾਊਂਡ ਜਿਹੜੀ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਗਈ। ਇੱਕ ਮੈਂ ਗੱਲ ਬੜੀ ਇੰਪੋਰਟੈਂਟ ਜਿਹੜੀ ਤੁਹਾਡੇ ਨਾਲ
ਚਾਹੁੰਦਾ ਤੁਹਾਡੇ ਮੂੰਹੋਂ ਸੁਣਨੀ, ਉਹ ਇਹ ਹੈ ਕਿ ਤੁਸੀਂ ਮੀਡੀਆ 'ਚ ਨਾਲ ਉੱਥੇ ਆਲ ਇੰਡੀਆ ਰੇਡੀਓ 'ਤੇ ਜਾਂ ਹੋਰਾਂ ਥਾਵਾਂ 'ਤੇ ਵੀ ਕੰਮ ਕਰਦੇ ਰਹੇ ਹੋ ਜਾਂ ਕਰਦੇ ਇਸ ਵੇਲੇ ਹੈਗੇ ਹੋ। ਜਿਹੜਾ ਸਾਡੇ ਉਹ ਜਨਮ ਭੂਮੀ ਵਾਲਾ ਮੀਡੀਆ ਜੀ ਤੇ ਸਾਡੀ ਕਰਮ ਭੂਮੀ ਵਾਲਾ ਮੀਡੀਆ, ਤੁਸੀਂ ਦੂਜੀ ਵਾਰ ਕੈਨੇਡਾ 'ਚ ਆਏ ਹੋ ਜੀ ਜੀ, ਉਹ ਫਰਕ ਲੱਗਦਾ ਤੁਹਾਨੂੰ ਇੱਥੇ? ਫਰਕ ਹੈ, ਥੋੜ੍ਹਾ ਫਰਕ ਜ਼ਰੂਰ ਹੈ, ਪਰ ਮੈਂ ਸਮਝਦਾ ਕਿ ਥੋੜ੍ਹੀ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ। ਜਿਹੜਾ ਜੋ ਭਾਰਤ ਦਾ ਜੋ ਮੀਡੀਆ ਹੈ ਔਰ ਇੱਥੋਂ ਦੇ ਕੁਛ ਇੱਕ ਚੈਨਲਸ ਵਿੱਚ ਸਾਨੂੰ ਕੁਆਲਿਟੀ ਦੇਖਣ ਨੂੰ ਮਿਲਦੀ ਹੈ, ਜ਼ਿਆਦਾ ਚੈਨਲਸ 'ਤੇ, ਕਿਉਂਕਿ ਤੁਸੀਂ ਇਸ ਗੱਲ ਨੂੰ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜਿਹੜਾ ਜਰਨਲਿਜ਼ਮ ਹੈ ਜਾਂ ਲਿਖਣਾ ਇੱਕ ਹੋਰ ਚੀਜ਼ ਹੈ, ਜਿਹੜੀ ਪ੍ਰੈਜੈਂਟੇਸ਼ਨ ਹੈ ਔਰ ਉਹ ਜਿਹੜੀ ਸਟੋਰੀ ਦੀ ਨਿਟਿੰਗ ਹੈ ਉਹ ਕਾਫੀ ਮਿਹਨਤ ਮੰਗਦੀ ਹੈ ਔਰ ਇੱਕ ਟੈਲੈਂਟ ਮੰਗਦੀ ਹੈ। ਸੋ ਮੈਂ ਪਰਸਨਲੀ ਫੀਲ ਕਰਦਾ, ਇਹ ਨਹੀਂ ਸਿਰਫ ਇੱਥੇ ਹੀ, ਭਾਰਤ ਵਿੱਚ ਵੀ, ਕਿ ਇਸ ਫੀਲਡ ਵਿੱਚ ਕੰਮ ਕਰਨ ਵਾਲੇ ਬਹੁਤ ਨੇ ਪਰ ਸਕਿਲਡ ਕੰਮ ਕਰਨ ਵਾਲੇ ਥੋੜ੍ਹੇ ਨੇ। ਕੱਚ ਘਰੜ ਲੋਕ ਵੀ ਅੱਗੇ ਆਏ ਹੋਏ। ਹਾਂ, ਤੁਸੀਂ ਕਹਿ ਸਕਦੇ ਹੋ ਸਕਿਲਡ। ਉਹ ਜਿਹੜਾ ਪ੍ਰੈਜ਼ੈਂਟਰ ਹੈਗਾ ਸ਼ਾਇਦ ਉਹ ਕਸੂਰਵਾਰ ਘੱਟ ਹੈ ਜੀ, ਜਿਹੜਾ ਫਿਰ ਉਹ ਮੀਡੀਆ ਹਾਊਸ ਹੈ ਜੀ, ਉਹਨੂੰ ਵੀ ਤਾਂ ਇਸ ਗੱਲ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ। ਔਰ ਇਹਦੇ 'ਚ ਇੱਕ ਇਹ ਵੀ ਕੰਮ ਹੈ ਕਿ ਕੁਆਂਟੀਟੀ ਬਹੁਤ ਜ਼ਿਆਦਾ ਵੱਧ ਗਈ ਕਿ ਜਦੋਂ ਤੁਸੀਂ ਇੱਕ ਤੈਅ ਟਾਈਮ 'ਤੇ ਡਿਲੀਵਰ ਕਰਨੀ ਹੈ ਚੀਜ਼, ਤੁਹਾਨੂੰ ਸੋਚਣ ਦਾ, ਨਿੱਠ ਕੇ ਕੰਮ ਕਰਨ ਦਾ ਮੌਕਾ ਘੱਟ ਮਿਲੇਗਾ। ਹੌਚ ਪੌਚ ਵਿੱਚ ਜਾਂ ਛੇਤੀ ਉਹ ਚੀਜ਼ ਟੈਲੀਕਾਸਟ ਕਰਨੀ ਹੈ, ਉਹਦੇ ਕਰਕੇ ਵੀ, ਕਿਉਂਕਿ ਜਿਹੜਾ ਕ੍ਰੀਏਟਿਵ ਅਦਾਰਾ ਹੁੰਦਾ ਨਾ ਭਾਜੀ, ਉਹਦੇ 'ਚ ਤੁਹਾਨੂੰ ਸੋਚਣ ਲਈ, ਬਹਿ ਕੇ ਉਹਦੇ ਬਾਰੇ ਥਿੰਕ ਓਵਰ ਕਰਨ ਲਈ, ਉਹਨੂੰ ਕਨਸੀਵ ਕਰਨ ਲਈ ਔਰ ਉਹ ਸਟੋਰੀ ਨਿਟ ਕਰਨ ਲਈ ਥੋੜ੍ਹਾ ਸਮਾਂ ਚਾਹੀਦਾ। ਐਡੀਟਿੰਗ 'ਚ ਵੀ ਜਦੋਂ ਤੁਸੀਂ ਐਡੀਟਿੰਗ 'ਤੇ ਵੀ ਬਹਿੰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਨਹੀਂ ਇੱਥੋਂ ਆਹ ਵੀ ਚੀਜ਼ ਹੋ ਸਕਦੀ ਹੈ, ਇੱਥੋਂ ਆਹ ਵੀ ਚੀਜ਼ ਹੋ ਸਕਦੀ ਹੈ, ਪਰ ਜਦੋਂ ਤੁਹਾਡੇ ਕੋਲ ਟਾਈਮ ਥੋੜ੍ਹਾ ਅਤੇ ਉਹ ਜਦੋਂ ਔਨ ਏਅਰ ਚੀਜ਼ ਆਉਂਦੀ ਹੈ, ਉਹ 'ਚ ਲੱਗਦਾ ਵੀ ਇਹ 'ਚ ਥੋੜ੍ਹੀ ਮਿਹਨਤ ਦੀ ਘਾਟ ਹੈ, ਥੋੜ੍ਹੀ ਸੋਚ ਦੀ ਘਾਟ ਹੈ, ਥੋੜ੍ਹੀ ਸਕਿੱਲ ਦੀ ਘਾਟ ਹੈ। ਜਿਹੜਾ ਮੀਡੀਆ ਦੀ ਆਪਾਂ ਗੱਲ ਕਰਦੇ ਜੀ, ਤਾਂ ਤੁਸੀਂ ਡਿਫਰੈਂਸ ਦੱਸਿਆ ਹੈਗਾ, ਕਿਆ ਡਿਫਰੈਂਸ ਹੈ ਕੁਛ ਇੰਡੀਆ ਦੇ ਜਾਂ ਜਿਹੜਾ ਸਾਊਥ ਏਸ਼ੀਅਨ ਮੀਡੀਆ ਤੇ ਉਹਦਾ ਇੱਧਰੋਂ ਜਿਹੜਾ ਸਾਡਾ ਮੇਨ ਸਟਰੀਮ ਦਾ ਮੀਡੀਆ ਤਾਂ ਬਹੁਤ ਅੱਗੇ ਲੰਘ ਗਿਆ ਕਹਿ ਲਓ ਜੀ। ਉਸ ਸੈਂਸਿਟਿਵ ਗੱਲਾਂ ਨੂੰ ਬੜੇ ਜਿਹੜੇ ਸਲੀਕੇ ਨਾਲ ਪੇਸ਼ ਕਰਦਾ ਜੀ ਜੀ। ਸ਼ਾਇਦ ਉਹ ਸਾਊਥ ਏਸ਼ੀਆ ਮੀਡੀਆ ਜਿਹੜਾ ਹੈਗਾ, ਖਾਸ ਕਰਕੇ ਇੰਡੀਆ ਜਾਂ ਪਾਕਿਸਤਾਨ ਦਾ ਮੀਡੀਆ ਜੀ, ਉਸ ਸੈਂਸਿਟਿਵ ਇਸ਼ੂ ਨੂੰ ਕਿਸੇ ਹੋਰ ਤਰੀਕੇ ਨਾਲ ਜੀ ਇਸ ਤਰੀਕੇ ਨਾਲ ਕਰਦਾ ਵੀ ਤਾਂ ਬਹੁਤ ਵੱਡਾ ਬਲਾਸਟ ਹੋ ਗਿਆ ਹੁੰਦਾ, ਗੱਲ ਛੋਟੀ ਜਿਹੀ ਹੁੰਦੀ। ਹਾਂ ਬਿਲਕੁਲ। ਇਸ ਮੀਡੀਆ 'ਚ ਜਿਹੜੀ ਵੇਚਣ ਦੀ ਪ੍ਰਵਿਰਤੀ ਆ ਗਈ ਨਾ, ਕਿ ਚੀਜ਼ ਸਟੋਰੀ ਹੈ, ਉਹਦੇ 'ਚ ਜਿਹੜੀ ਇਹ ਦੌੜ ਹੋ ਗਈ ਨਾ ਜੀ, ਕਿ ਇਹਨੂੰ ਲਾਈਕਸ ਕਿੰਨੀਆਂ ਮਿਲਣਗੀਆਂ, ਕਿੰਨੇ ਲੋਕੀ ਇਹਨੂੰ ਦੇਖਣਗੇ, ਕਿੰਨੀ ਦੇਰ ਇਹ ਚੱਲੂਗਾ, ਲੋਕੀ ਜੁੜ ਕੇ ਬਹਿਣਗੇ ਕਿ ਨਹੀਂ, ਉਹ ਜਿਹੜੀ ਵੇਚਣ ਦੀ ਪ੍ਰਵਿਰਤੀ ਨੇ ਇਹਦੇ 'ਚ ਜਿਹੜੀ ਸੈਂਸੇਸ਼ਨ ਲਿਆਂਦੀ ਨਾ, ਉਹਨੇ ਥੋੜ੍ਹੀ ਜਿਹੀ ਸੈਂਸਿਟਿਵਿਟੀ ਨੂੰ 'ਤੇ ਵੀ ਥੋੜ੍ਹਾ ਜਿਹਾ ਪ੍ਰਭਾਵ ਪਾਇਆ। ਸੈਂਸਿਟਿਵਿਟੀ ਜਿਹੜੀ ਹੈ ਜੀ, ਉਹਦੇ ਲਈ ਤਾਂ ਕੁਐਸਚਨ ਵੀ ਬਣ ਗਿਆ ਕਿ ਜਿਹੜੀ ਸੈਂਸਿਟਿਵ ਗੱਲ ਆ ਉਹਨੂੰ ਤੁਸੀਂ ਪੇਸ਼ ਕਿਵੇਂ ਕਰ। ਠੀਕ ਹੈ ਨਾ ਜੀ। ਬਟ ਹੁਣ ਤੁਸੀਂ ਦੇਖੋ ਕਈ ਵਾਰੀ ਇਹਨਾਂ ਕੰਟਰੀਜ਼ ਦੇ ਵਿੱਚ ਇਹ ਗੱਲਾਂ ਸ਼ਾਇਦ ਘੱਟ ਹੁੰਦੀਆਂ, ਜੇ ਹੁੰਦੀਆਂ ਵੀ ਤਾਂ ਉਹਨੂੰ ਇੰਨੀ ਵੇਟੇਜ ਨਹੀਂ ਦਿੰਦਾ ਮੀਡੀਆ। ਗੱਲ ਕਰਦਾ ਤਾਂ ਹੈ ਉਹਦੀ, ਪਰ ਇੰਨੀ ਵੇਟੇਜ ਨਹੀਂ ਹੁੰਦੀ। ਉੱਥੇ ਸਾਡੇ ਛੋਟੀ ਜਿਹੀ ਗੱਲ ਹੁੰਦੀ, ਉਹਨੂੰ ਇੱਦਾਂ ਸੈਂਸੇਸ਼ਨ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਚੰਗਾ ਭਲਾ ਬੰਦਾ ਘਰ ਬੈਠਾ ਸੋਚਦਾ ਇਹ ਹੋ ਕੀ ਗਿਆ। ਅਸੀਂ ਕਈ ਵਾਰੀ ਇੰਡੀਆ ਦੀ ਖਬਰ ਸੁਣ ਕੇ ਇੰਡੀਆ ਰਹਿੰਦੇ ਆਪਦੇ ਦੋਸਤਾਂ ਮਿੱਤਰਾਂ ਨੂੰ, ਭੈਣਾਂ ਭਰਾਵਾਂ ਨੂੰ ਪੁੱਛਦੇ ਆ ਇਹ ਕੀ ਹੋਇਆ, ਸਾਨੂੰ ਤਾਂ ਪਤਾ ਨਹੀਂ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਉਹਨਾਂ ਨੂੰ, ਸਾਨੂੰ ਇੱਥੇ ਬੈਠਿਆਂ ਨੂੰ ਉਹ ਡਰ ਜਿਹਾ ਲੱਗੀ ਜਾਂਦਾ ਕਿ ਉੱਥੇ ਪਤਾ ਨਹੀਂ ਕਿਹੜੀ ਇਦਾਂ ਦੀ ਘਟਨਾ ਵਾਪਰ ਗਈ ਆ, ਇਹ ਵੀ ਲੀਡਰ ਬੋਲ ਰਿਹਾ, ਜਿਹੜੇ ਉਹ ਐਂਕਰ ਹੈਗੇ ਆ ਜਾਂ ਪ੍ਰੈਜ਼ੈਂਟਰ ਹੈਗੇ ਆ, ਉਹ ਬੜਾ ਜ਼ੋਰ ਨਾਲ ਆ ਕੇ ਬੋਲਦੇ ਆ ਇਸ ਤਰੀਕੇ ਨਾਲ। ਬਿਲਕੁਲ। ਔਰ ਇਹਦੇ 'ਚ ਵੀ ਹੈ ਕਿ ਇਹ ਜਿਹੜੀ ਜੌਬ ਨੂੰ ਇੰਟੈਕਟ ਰੱਖਣ ਦੀ ਔਰ ਖਬਰਾਂ 'ਚ ਰਹਿਣ ਦੀ ਔਰ ਲੋਕਾਂ ਦੀਆਂ ਨਜ਼ਰਾਂ 'ਚ ਰਹਿਣ ਦੀ ਜਿਹੜੀ ਇਹ ਪ੍ਰਵਿਰਤੀ ਹੈ ਨਾ ਜੀ, ਇਸ ਚੀਜ਼ ਨੂੰ ਇਹ ਦਿਨੋਂ ਦਿਨ ਵੱਧਦੀ ਜਾਂਦੀ, ਇਹਦੇ 'ਚ ਕੋਈ ਘਾਟਾ ਜਾਂ ਘੱਟ ਹੁੰਦੀ ਦਿਸਦੀ ਨਹੀਂ। ਇਹ ਜਿਹੜਾ ਸੋਸ਼ਲ ਮੀਡੀਆ ਦਾ ਸ਼ੁਰੂ ਹੋਇਆ, ਇਹਨੇ YouTube ਚੈਨਲ ਹਜ਼ਾਰਾਂ ਦੀ ਗਿਣਤੀ 'ਚ ਹੋ ਗਏ ਜੀ। ਠੀਕ ਹੈ ਜੀ। ਖੁੰਬਾਂ ਵਾਂਗੂ ਉੱਗੇ ਹੋਏ ਆ, ਉਹ ਦਿਨ ਵਿੱਚ ਇੱਕ ਇੱਕ ਘਟਨਾ ਲੱਭ ਲੈਂਦੇ, ਇੱਕ ਕੋਈ ਖਬਰ ਲੱਭ ਲੈਂਦੇ, ਉਹਦੇ ਦੁਆਲੇ ਉਹ ਅੱਧਾ ਪੌਣਾ ਘੰਟਾ ਉਹ ਤੇ ਫਿਰ ਉਹ ਚੱਲਦਾ ਸਾਰਾ ਕੁਝ। ਇਸ ਗੱਲ ਨੇ ਤੇ ਜਿਹੜਾ ਵੈਸੇ ਮੀਡੀਆ ਹੈਗਾ, ਜਿਹੜਾ ਸੈਂਸਿਟਿਵ ਮੀਡੀਆ, ਜਿਹੜਾ ਸਮਝ ਰੱਖਦਾ ਹੈਗਾ, ਉਹ ਭਾਵੇਂ ਰੇਡੀਓ ਹੈ ਭਾਵੇਂ TV ਹੈ, ਉਹਦਾ ਤੇ ਇਸ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਨਵਾਂ ਪ੍ਰਕਰਨ ਸ਼ੁਰੂ ਹੋਇਆ, ਇਹਦੇ ਵਿੱਚ ਆਪਸੀ ਦੌੜ ਹੈਗੀ ਆ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੈਗੀ। ਪ੍ਰਭਾਵਸ਼ਾਲੀ ਫੈਕਟਰ ਕਿਹੜਾ? ਪ੍ਰਭਾਵਸ਼ਾਲੀ ਮੈਂ ਸਮਝਦਾ ਕਿ ਜਿਹੜਾ ਮੀਡੀਆ ਹੈ, ਇਹਦੇ 'ਚ ਜਿੱਦਾਂ ਹੁਣ ਮੰਨ ਲਓ ਆਲ ਇੰਡੀਆ ਰੇਡੀਓ ਹੈ ਜਾਂ ਕੋਈ ਚੰਗਾ ਚੈਨਲ ਹੈ,
ਆਪਣਾ ਸਟਾਫ ਰੱਖਣਾ ਹੈ, ਉਹਦੀ ਐਜੂਕੇਸ਼ਨਲ ਬੈਕਗਰਾਊਂਡ ਦੇਖੀ ਜਾਣੀ ਹੈ, ਉਹਦਾ ਕੰਮ ਦੇਖਿਆ ਜਾਣਾ ਹੈ, ਉਹਦਾ ਵਰਕ ਐਕਸਪੀਰੀਅੰਸ ਦੇਖਿਆ ਜਾਣਾ ਹੈ, ਲੈਂਗੁਏਜ ਤੇ ਉਹਦੀ ਕਮਾਂਡ ਕਿੰਨੀ ਕੁ ਹੈ, ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣੀਆਂ। ਜਿੱਦਾਂ ਹੁਣ ਤੁਸੀਂ ਦੱਸਿਆ ਕਿ YouTube ਚੈਨਲਸ ਖੁੱਲ੍ਹ ਗਏ, ਹੁਣ ਇੱਕ ਜਿਹਦਾ ਮੈਂਟਲੀ ਵੀ ਠੀਕ ਨਹੀਂ ਹੈ, ਮੇਕਅਪ, ਉਹਦਾ ਮੈਂਟਲ ਮੇਕਅਪ ਵੀ ਠੀਕ ਨਹੀਂ ਹੈ, ਉਹਦਾ ਵਰਕ ਐਕਸਪੀਰੀਅੰਸ ਵੀ ਨਹੀਂ ਹੈ, ਉਹਦੀ ਲੈਂਗੁਏਜ ਤੇ ਕਮਾਂਡ ਵੀ ਨਹੀਂ ਹੈ, ਚੀਜ਼ਾਂ ਨੂੰ ਓਬਜ਼ਰਵ ਕਰਨ ਦੀ, ਸਮਝਣ ਦੀ ਕਿ ਇਹ ਕੀ ਸਹੀ ਹੈ, ਇਹਦਾ ਆਡੀਅੰਸ ਤੇ ਇੰਪੈਕਟ ਕੀ ਹੋਏਗਾ, ਇਹਦੇ ਐਥਿਕਸ ਕੀ ਨੇ, ਹਾਂਜੀ, ਇਹਨਾਂ ਚੀਜ਼ਾਂ, ਇਹ ਜਮਾਤ ਜਿਹੜੀ ਹੈ ਇਹ ਜਦੋਂ ਜ਼ਿਆਦਾ ਮੀਡੀਆ 'ਚ ਆ ਜਾਏਗੀ ਨਾ, ਉਹ ਨੁਕਸਾਨ ਇਹ ਕਰੇਗੀ। YouTube ਚੈਨਲ ਤੇ ਬਹੁਤੇ ਵਨ ਮੈਨ ਸ਼ੋਅ ਹੁੰਦੇ। ਹਾਂਜੀ ਹਾਂਜੀ, ਉਹ ਇੱਕ ਬੰਦਾ ਹੈਗਾ ਜੀ, ਉਹਨੇ ਜਿਹੜਾ ਮਾਈਕ ਫੜਿਆ, ਉਹ ਬਸ ਉਹਦਾ ਹੀ ਨੌਨ ਸਟਾਪ ਬੋਲੀ ਜਾਂਦਾ ਹੈਗਾ, ਤੇ ਉਹ ਤੁਹਾਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਉਹ ਗੱਲ ਸ਼ੁਰੂ ਉਹਨੇ ਕਿਸੇ ਹੋਰ ਥਾਂ ਤੋਂ ਕੀਤੀ ਸੀ, ਹੁਣ ਸ਼ਾਇਦ ਉਹ ਟੌਪਿਕ ਹੀ ਭੁੱਲ ਗਿਆ ਕਿ ਮੈਂ ਕੀ ਕਰਨਾ, ਉਹ ਲੱਤ ਕਿਤੇ ਬਾਂਹ ਕਿਤੇ ਇਸ ਤਰੀਕੇ ਦਾ ਹੁੰਦਾ। ਔਰ ਦੂਜੇ ਵਜ੍ਹਾ ਇਹ ਵੀ ਹੈ ਕਿ ਸੋਰਸਿਸ ਦੀ ਵੀ ਘਾਟ ਹੈ। ਹੁਣ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਬੰਦੇ ਨੇ YouTube ਚੈਨਲ ਸ਼ੁਰੂ ਕੀਤਾ, ਹੁਣ ਨੈਚੁਰਲ ਹੈ ਕਿ ਜੇ ਉਹਦੇ ਕੋਲ ਸੋਰਸਿਸ ਨਹੀਂ, ਐਡੀਟਿੰਗ ਦੀ ਫੈਸਿਲਿਟੀ ਨਹੀਂ, ਉਹਦੇ ਕੋਲ ਪ੍ਰੋਪਰ ਕੈਮਰਾ ਨਹੀਂ, ਉਹਦੇ ਕੋਲ ਉਹ ਰਿਕਾਰਡ ਕਰਨ ਲਈ ਪ੍ਰੋਪਰ ਮਾਈਕ ਨਹੀਂ ਹੈ, ਉਹਦਾ ਇੰਪੈਕਟ ਵੀ ਆਪਾਂ ਦੇਖਦੇ ਹਾਂ ਕਿ ਉਸ ਤਰੀਕੇ ਦਾ ਐਡੀਟਿੰਗ 'ਚ ਜਰਕਸ ਤੁਹਾਨੂੰ ਦੇਖਣ ਨੂੰ ਮਿਲਣਗੇ। ਇਹ ਸਾਰਾ ਕੁਝ ਤਾਂ ਤੁਸੀਂ ਦੇਖਦੇ ਹੋ, ਹਾਂਜੀ, ਕਿਉਂਕਿ ਤੁਹਾਨੂੰ ਨੌਲੇਜ ਹੈ ਇਸ ਫੀਲਡ ਦੀ। ਗੱਲ ਜਿਹੜੇ ਬੰਦੇ ਸਿਰਫ ਦੇਖ ਰਹੇ ਜਾਂ ਜਿਹੜੇ ਸਿਰਫ ਸੁਣ ਰਹੇ, ਬਿਲਕੁਲ, ਉਹ ਉਹਨਾਂ ਦੀ ਆਬਜ਼ਰਵੇਸ਼ਨ ਹੋਰ ਹੈ, ਉਹਨਾਂ ਦੀ ਉਹ ਕੁਆਲਿਟੀ ਵਾਲੀ ਗੱਲ ਨਹੀਂ ਹੈ ਕੋਈ ਵੀ ਮੇਰੇ ਕੋਲ ਕੈਮਰਾ ਚੰਗਾ ਹੋਇਆ ਹੋ ਜਾਂ ਨਹੀਂ ਹੋਇਆ, ਬਿਲਕੁਲ, ਉਹ ਕੰਟੈਂਟ ਵੇਖਦੇ। ਕੰਟੈਂਟ ਕਈ ਵਾਰੀ ਇੰਨਾ ਅਗਲਵ ਹੁੰਦਾ, ਭੜਕਾਊ ਹੁੰਦਾ, ਬਿਲਕੁਲ, ਉਹਦਾ ਮਤਲਬ ਵੀ ਬਦਲ ਜਾਂਦਾ। ਮੈਂ ਸਮਝਦਾ ਕਿ ਦੇਖੋ, ਜਿੰਨਾ ਵੀ ਮੀਡੀਆ ਦੀਆਂ ਆਪਾਂ ਸਟੋਰੀਜ਼ ਦੇਖਦੇ ਹਾਂ, 90% ਜਿਹੜੀਆਂ ਸਟੋਰੀਜ਼ ਨੇ ਉਹ ਨੈਗੇਟਿਵ ਹੀ ਹੁੰਦੀਆਂ। ਹੁਣ ਸਵਾਲ ਇਹ ਹੈ ਕਿ ਕੀ ਸੁਸਾਇਟੀ 'ਚ ਸਿਰਫ ਨੈਗੇਟਿਵ ਚੀਜ਼ਾਂ ਹੀ ਹੁੰਦੀਆਂ? ਬਹੁਤ ਸਾਰੇ ਪੋਜ਼ਿਟਿਵਸ ਨੇ, ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀਆਂ ਹੋ ਰਹੀਆਂ ਨੇ ਜਿਹੜੀਆਂ ਲੋਕਾਂ ਨੂੰ ਪ੍ਰੇਰਨਾ ਦਿੰਦੀਆਂ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ, ਸਾਡੇ RJ ਵਿਰਸੇ ਨਾਲ ਜੁੜਿਆ ਇੱਕ ਪ੍ਰੋਗਰਾਮ ਕਰ ਰਹੇ ਸੀ। ਪ੍ਰੋਗਰਾਮ 'ਚ ਉਹਨਾਂ ਨੇ ਕੁਝ ਵੀ ਪ੍ਰੈਜ਼ੈਂਟ ਕੀਤਾ, ਸਟੋਰੀ ਕ੍ਰੀਏਟ ਕੀਤੀ, ਉਹਦਾ ਇੰਪੈਕਟ ਮੈਂ ਤੁਹਾਨੂੰ ਦੱਸਦਾ ਕਿ ਅਗਲੇ ਦਿਨ ਇੱਕ ਕੋਈ 27-28 ਸਾਲ ਦੀ ਲੜਕੀ ਸਾਡੇ ਸਟੇਸ਼ਨ ਡਾਇਰੈਕਟਰ ਨਾਲ ਆ ਕੇ ਮਿਲੀ। ਉਹ ਕਹਿੰਦੀ ਜੀ ਕਿ ਰਾਤ 8 ਵਜੇ ਤੁਹਾਡੇ FM ਰੇਨਬੋ ਤੋਂ ਪ੍ਰੋਗਰਾਮ ਚੱਲਦਾ ਸੀ, ਜਿਹੜੇ ਉਹ ਪ੍ਰੈਜ਼ੈਂਟ ਕਰ ਰਹੇ ਸੀ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ। ਅੱਛਾ ਜੀ। ਹੈ ਨਾ, ਤੇ ਜਿਹੜੇ ਸਟੇਸ਼ਨ ਡਾਇਰੈਕਟਰ ਸੀ ਉਹਨਾਂ ਨੇ ਸੋਚਿਆ ਕਿ ਪ੍ਰੋਗਰਾਮ ਅੱਛਾ ਹੋਏਗਾ, ਚਲੋ ਮਿਲਣਾ ਚਾਹੁੰਦੀ ਹੋਏਗੀ। ਉਹਨਾਂ ਨੇ ਉਹ ਪ੍ਰੈਜ਼ੈਂਟਰ ਨੂੰ ਬੁਲਾ ਲਿਆ ਵੀ ਆਹ ਪ੍ਰੈਜ਼ੈਂਟਰ ਨੇ ਜਿਨ੍ਹਾਂ ਨੇ ਉਹ ਪ੍ਰੋਗਰਾਮ ਕੀਤਾ ਸੀ। ਉਸ ਲੜਕੀ ਨੇ ਉਹਨਾਂ ਦੇ ਪੈਰੀਂ ਹੱਥ ਲਾਏ। ਹਾਂਜੀ, ਉਹ ਕਹਿਣ ਲੱਗੀ ਕਿ ਜੀ ਤੁਸੀਂ ਮੇਰੀ ਜਾਨ ਬਚਾਈ ਹੈ। ਉਹ ਕਹਿੰਦੀ ਕੱਲ੍ਹ ਮੈਂ ਆਪਣੀ ਲਾਈਫ ਤੋਂ ਇੰਨੀ ਮਾਯੂਸ ਸੀ ਕਿ ਮੈਂ ਸੁਸਾਈਡ ਕਰਨ ਜਾ ਰਹੀ ਸੀ, ਗੱਡੀ ਥੱਲੇ ਸਿਰ ਦੇਣ ਚੱਲੀ ਸੀ, ਪਰ ਮੈਂ ਉਹਨਾਂ ਨੇ ਇੱਕ ਸਟੋਰੀ ਸੁਣਾਈ ਸੀ, ਹਾਂਜੀ, ਔਰ ਉਹ ਸਟੋਰੀ ਤੋਂ ਉਹਦੀਆਂ ਅੱਖਾਂ 'ਚ ਕਹਿੰਦੀ ਮੇਰੀ ਹੰਝੂ ਆ ਗਏ, ਔਰ ਮੈਂ ਉਹ ਆਪਣਾ ਇਰਾਦਾ ਬਦਲ ਦਿੱਤਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਜਿਹੜੀ ਮੀਡੀਆ ਹੈ, ਜਿਹੜੀ ਗੱਲ ਹੈ, ਜਿਹੜੀ ਸਾਰਿਆਂ ਤੱਕ ਪਹੁੰਚਣੀ ਹੈ, ਉਹ ਦਿਲ ਤੱਕ ਕਿੱਥੋਂ ਤੱਕ ਅਸਰ ਕਰ ਸਕਦੀ। ਸੋ ਕਿਉਂ ਨਹੀਂ ਅਸੀਂ ਸੁਸਾਇਟੀ ਦੇ ਆਲੇ ਦੁਆਲੇ ਜੋ ਪੋਜ਼ਿਟਿਵ ਹੁੰਦਾ, ਜਾਂ ਕਿਉਂ ਨਹੀਂ ਅਸੀਂ ਲਿਟਰੇਚਰ ਦੀ ਡੂੰਘਾਈ ਤੱਕ ਜਾ ਕੇ ਕੋਈ ਆਪਣੀ ਗੱਲਬਾਤ 'ਚੋਂ ਅਸਰ ਪ੍ਰਭਾਵ ਛੱਡਦੇ ਕਿ ਉਹ ਸੁਸਾਇਟੀ ਨੂੰ ਕੋਈ ਚੰਗੇ ਰਾਹ ਪਾ ਸਕੇ। ਤੁਹਾਡੀ ਗੱਲ ਤੋਂ ਇਹ ਨਿਕਲਦਾ ਨਿਚੋੜ ਕਿ ਮੀਡੀਆ ਬੜਾ ਰਿਸਪੌਂਸੀਬਲ ਰੋਲ ਅਦਾ ਕਰ ਸਕਦਾ, ਬਹੁਤ ਜ਼ਿਆਦਾ, ਤੇ ਕਰਦਾ ਨਹੀਂ। ਇਹ ਇੱਕ ਲਾਂਭਾ ਆਉਣਾ ਤੇ ਠੀਕ ਹੈ ਜੀ। ਇਹ ਜਿਹੜਾ ਲਾਂਭਾ ਜੀ, ਉਹ ਤੁਸੀਂ ਇੱਕ ਤਾਂ ਗੱਲ ਕੀਤੀ ਸੀਗੀ ਕਿ ਸਾਊਥ ਏਸ਼ੀਅਨ ਮੀਡੀਆ ਜਾਂ ਇੰਡੀਆ ਪਾਕਿਸਤਾਨ ਦਾ ਮੀਡੀਆ ਤੇ ਕੈਨੇਡਾ ਅਮਰੀਕਾ ਦਾ ਮੀਡੀਆ ਜਿਹੜਾ ਵਾ, ਇਹਦੇ 'ਚ ਤੁਹਾਡੀਆਂ ਨਜ਼ਰਾਂ ਦੇ ਮੁਤਾਬਕ ਫਰਕ ਲੱਗਾ ਜੀ ਤੁਹਾਨੂੰ? ਠੀਕ ਹੈ ਜੀ। ਪਰ ਜਿਹੜਾ ਫਰਕ ਮੇਜਰ ਹੈ ਉਹ ਜਿਹੜਾ ਕੀ ਹੋਣਾ ਚਾਹੀਦਾ, ਇੱਕ ਸੁਸਾਇਟੀ ਦੇ ਬਾਰੇ ਰਿਸਪੌਂਸਿਬਿਲਿਟੀ ਉਹਦੀ, ਜੇ ਤੁਸੀਂ ਸੁਸਾਇਟੀ ਦੀ ਗੱਲ ਨਹੀਂ ਕਰਦੇ, ਸਮਾਜ ਦੀ ਗੱਲ ਨਹੀਂ ਕਰਦੇ, ਤੇ ਸਿਰਫ ਫਿਲਮਾਂ ਦੇ ਗਾਣੇ ਹੀ ਸੁਣਾਈ ਜਾਂਦੇ ਜਾਂ ਦਿਖਾਈ ਜਾਂਦੇ, ਉਹ ਇੱਕ ਹੋਰ ਗੱਲ ਹੈ। ਬਿਲਕੁਲ, ਜਿਵੇਂ ਤੁਸੀਂ ਇਹ ਗੱਲ ਕੀਤੀ ਕਿ ਇੱਕ ਉਹ ਪ੍ਰੈਜ਼ੈਂਟਰ ਨੇ ਇੱਕ ਸਟੋਰੀ ਜਿਹੜੀ ਨਰੇਟ ਕੀਤੀ, ਤੇ ਉਹਨੂੰ ਸੁਣ ਕੇ ਉਹ ਲੜਕੀ ਨੇ ਆਪਣੀ ਲਾਈਫ ਚੇਂਜ ਕਰ ਲਈ, ਫਿਰ ਉਹ ਦੱਸਣ ਵੀ ਆਈ ਤੇ ਉਹ ਸ਼ੇਅਰ ਕੀਤਾ ਉਹਨੇ ਕਿ ਮੈਨੂੰ ਇਹ ਚੰਗੀ ਗੱਲ ਲੱਗੀ। ਇਹ ਇੱਕ ਬਹੁਤ ਵੱਡੀ ਮੀਡੀਆ ਦੀ ਰਿਸਪੌਂਸਿਬਿਲਿਟੀ ਵਾਲੀ ਗੱਲ ਤੁਸੀਂ ਦੱਸੀ ਹੈਗੀ। ਬਿਲਕੁਲ। ਕੀ ਤੁਹਾਨੂੰ ਲੱਗਦਾ ਕਿ ਸਾਰੇ ਮੀਡੀਆ 'ਚ ਇਹ ਗੱਲਾਂ ਹੈਗੀਆਂ ਜਾਂ ਸਿਰਫ ਇੱਕ ਕਿਤੇ ਕਿਸੇ ਟਾਈਮ? ਦੇਖੋ, ਜੇ ਮੀਡੀਆ ਦੇ ਆਪਾਂ ਭਾਵੇਂ ਉਹ ਭਾਰਤ ਦਾ ਹੈ, ਭਾਵੇਂ ਸਾਊਥ ਏਸ਼ੀਆ ਦਾ ਹੈ, ਜਾਂ ਕੈਨੇਡਾ ਜਾਂ ਅਮਰੀਕਾ ਦਾ, ਜੋ ਮੈਨੂੰ ਪੋਜ਼ੀਟਿਵ ਗੱਲ ਲੱਗਦੀ ਹੈ ਕਿ ਬੇਬਾਕੀ ਆ ਗਈ ਮੀਡੀਆ 'ਚ। ਜੇ ਕਿਤੇ
ਕੋਈ ਗਲਤ ਕਰ ਰਿਹਾ, ਇਹ ਮੈਟਰ ਨਹੀਂ ਕਰਦਾ ਕਿ ਉਹਦਾ ਰੁਤਬਾ ਕਿੱਡਾ ਵੱਡਾ, ਉਹਨੂੰ ਪੁਆਇੰਟ ਆਊਟ ਕੀਤਾ ਜਾਂਦਾ। ਠੀਕ ਹੈ, ਇਹ ਇੱਕ ਬਹੁਤ ਵਧੀਆ ਗੱਲ ਹੈ। ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਕੀ ਹੋਣਾ ਚਾਹੀਦਾ ਹੈ ਔਰ ਕੀ ਹੋ ਰਿਹਾ। ਨਹੀਂ, ਇਹ ਉਸ ਉੱਥੋਂ ਦੇ ਮੀਡੀਆ ਦੀ ਗੱਲ ਨਹੀਂ, ਦੋਵੇਂ ਪਾਸੇ ਦੀ ਦੋਨੋਂ ਪਾਸੇ ਗੱਲ ਕਰਦਾ ਵੀ ਅੱਜ ਤੱਕ ਜੋ ਮੀਡੀਆ 'ਚ ਜੋ ਕ੍ਰਾਂਤੀ ਜਾਂ ਰੈਵੋਲਿਊਸ਼ਨ ਆਈ, ਇਹ ਇੱਕ ਬੇਬਾਕੀ ਹੈ। ਇੱਕ ਜੇ ਕਿਤੇ ਕੁਝ ਗਲਤ ਹੋ ਰਿਹਾ ਤੇ ਅੰਡਰ ਪ੍ਰੈਸ਼ਰ ਨਹੀਂ ਕੰਮ ਕਰਦੇ। ਹਾਂ, ਉਹਦੇ ਅੱਗੇ ਬੋਲਣ ਦੀ ਹਿੰਮਤ ਹੈ, ਹੌਸਲਾ ਹੈ। ਪਰ ਮੈਂ ਇਹ ਸੋਚਦਾ ਕਿ ਹੋਰ ਵੀ ਬਹੁਤ ਕੁਝ ਹੋ ਸਕਦਾ। ਜੋ ਮਿਸਾਲ ਦੇ ਤੌਰ ਤੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਦੀਆਂ ਪਾਲਿਸੀਜ਼ ਬਾਰੇ ਪਤਾ ਲੱਗਦਾ ਹੈ, ਜਿਨ੍ਹਾਂ ਤੋਂ ਉਹਨਾਂ ਨੂੰ ਬੈਨੀਫਿਟ ਹੋ ਸਕਦਾ, ਪਰ ਉਹ ਚਾਨਣਾ ਨਹੀਂ ਪਾਇਆ ਜਾਂਦਾ, ਦੱਸਿਆ ਨਹੀਂ ਜਾਂਦਾ, ਭਾਵੇਂ ਉਹ ਕੈਨੇਡਾ, ਅਮਰੀਕਾ ਹੈ ਜਾਂ ਭਾਰਤ ਹੈ। ਬਿਲਕੁਲ ਸੈਂਟਰਲ ਗਵਰਨਮੈਂਟ ਦੀਆਂ, ਇੰਡੀਆ 'ਚ ਦੀ ਜੇ ਗੱਲ ਕਰੀਏ, ਸੈਂਟਰਲ ਗਵਰਨਮੈਂਟ ਦੀਆਂ ਇਹੋ ਜਿਹੀਆਂ ਬੇਸ਼ੁਮਾਰ ਪਾਲਿਸੀਜ਼, ਯੋਜਨਾਵਾਂ ਹੋਣਗੀਆਂ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਉਹ ਰੋਲ ਮੀਡੀਆ ਦਾ ਹਾਂਜੀ। ਜੇ ਕੋਈ ਮੰਨ ਲਓ ਪਲਸ ਪੋਲੀਓ ਨਾਲ ਜੁੜੀ ਕੋਈ ਗੱਲ ਹੈ, ਜਾਂ ਕਿਸੇ ਛੋਟੇ ਕਾਮੇ ਨੂੰ ਜੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਜਾਂ ਲੋਨ ਦੇਣ ਦੀ ਗੱਲ ਹੈ, ਉਹ ਉਸ ਤਰੀਕੇ ਨਾਲ ਉਹਨੂੰ ਪ੍ਰੋਜੈਕਟ ਜਾਂ ਪ੍ਰੈਜ਼ੈਂਟ ਜੇ ਕੀਤਾ ਜਾਵੇ, ਲੋਕਾਂ ਨੂੰ ਤਾਂ ਅਵੇਅਰ ਕਰਨ ਦੇ, ਲੋਕਾਂ ਨੂੰ ਇਸ ਗੱਲ ਤੇ ਤਾਂ ਅਵੇਅਰ ਕੀਤਾ ਜਾਂਦਾ ਹੈ ਵੀ ਆ ਸਰਕਾਰ ਨੇ ਆਹ ਨਹੀਂ ਕੀਤਾ, ਸਰਕਾਰ ਨੂੰ ਆਹ ਕਰਨਾ ਚਾਹੀਦਾ ਸੀ। ਪਰ ਇਹ ਵੀ ਨਾਲ ਅਵੇਅਰ ਕਰਨ ਦੀ ਗੱਲ ਹੈ ਕਿ ਸਰਕਾਰ ਤੋਂ ਜਾ ਕੇ ਆਹ ਸਹੂਲਤ ਲਈ ਜਾ ਸਕਦੀ, ਸਰਕਾਰ ਕਰਦੀ ਪਈ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ। ਮੈਂ ਸਮਝਦਾ ਕਿ ਇਹਦੇ ਵਿੱਚ ਮੀਡੀਆ ਰੋਲ ਅਦਾ ਕਰ ਸਕਦਾ, ਜਿਹੜਾ ਕਰ ਨਹੀਂ ਰਿਹਾ। ਉਹ ਤੁਹਾਡੀ ਗੱਲ ਠੀਕ ਹੈ ਕਿ ਜਿਹੜਾ ਔਰ ਸੌਰੀ, ਮੈਂ ਇਹਨੂੰ ਹੋਰ ਥੋੜਾ ਵੱਡਾ ਕਰਨਾ ਚਾਹਾਂਗਾ। ਸਰਕਾਰਾਂ ਕੀ ਕਰ ਰਹੀਆਂ ਨੇ ਜਾਂ ਨਹੀਂ ਕਰ ਰਹੀਆਂ, ਇਸ ਬਾਰੇ ਤਾਂ ਬਹੁਤ ਗੱਲ ਕੀਤੀ ਜਾਂਦੀ ਹੈ। ਲੋਕ ਕੀ ਕਰ ਰਹੇ ਨੇ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ। ਹਾਂਜੀ, 100 ਤਰ੍ਹਾਂ ਦੀਆਂ ਸੋਸ਼ਲ ਈਵਲਸ ਨੇ, ਬੁਰਾਈਆਂ ਨੇ, ਹੈ ਨਾ, ਸੰਕੀਰਣਤਾਵਾਂ ਨੇ, ਜਿਨ੍ਹਾਂ ਬਾਰੇ ਅਵੇਅਰ ਕਰਨਾ ਜਾਂ ਦੱਸਣਾ ਜਾਂ ਪਹਿਰੇਦਾਰੀ ਕਰਨੀ ਜ਼ਰੂਰੀ ਹੈ, ਜਿਹੜੀ ਨਹੀਂ ਹੋ ਰਹੀ। ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜਾ ਮੀਡੀਆ ਜੀ ਉਹ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਹੈ ਉਹ ਵੀ ਨਰੇਟ ਨਹੀਂ ਕਰਦਾ, ਦੱਸਦਾ ਨਹੀਂ ਲੋਕਾਂ ਨੂੰ, ਸਮਝਾਉਂਦਾ ਨਹੀਂ। ਜੇ ਸਰਕਾਰ ਦੀ ਵੀ ਕੋਸ਼ਿਸ਼ ਨਹੀਂ ਹੋਣੀ, ਚਲੋ ਨਹੀਂ ਪਤਾ ਲੱਗਦਾ ਨਾ ਸਹੀ। ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਹੁੰਦੀ ਹੈ ਵੀ ਜੇ ਬਹੁਤਾ ਜ਼ਿਆਦਾ ਵੀ ਲੋਕੀ ਸਿਆਣੇ ਹੋ ਗਏ ਤਾਂ ਸਾਡੇ ਗਲ ਹੀ ਪੈਣਗੇ। ਠੀਕ ਹੈ, ਪਰ ਇੱਕ ਤੁਸੀਂ ਦੇਖੋ ਵੀ ਜਿਹੜੀ ਮੀਡੀਆ ਦੀ ਇਸ ਵੇਲੇ ਅਪਰੋਚ ਹੈ ਉਹ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਪਿੰਨ ਪੁਆਇੰਟ ਉਹ ਗੱਲ ਕਰਨੀ ਹੈ ਜਿਹਦੇ ਨਾਲ ਉਹਨਾਂ ਦੀ ਖਬਰ ਬਣੇ। ਹਾਂ, ਬਿਲਕੁਲ। ਉਹਨਾਂ ਦਾ ਮਕਸਦ ਖਬਰ ਬਣਾਉਣਾ ਕਿ ਉਹ TRP ਦਾ ਚੱਕਰ ਸਾਰਾ ਕੁਝ ਆਮ ਲੋਕਾਂ ਨੂੰ ਬੇਸ਼ੱਕ ਨਹੀਂ ਪਤਾ TRP ਕੀ ਹੁੰਦੀ ਹੈ, ਪਰ ਮੀਡੀਆ ਨਾਲ ਜਿਹੜੇ ਲੋਕਾਂ ਨੂੰ ਪਤਾ ਸਾਰਿਆਂ ਨੂੰ ਕਿ TRP ਕੀ ਹੈ ਤੇ ਕਿਵੇਂ ਜਨਰੇਟ ਕੀਤੀ ਜਾਂਦੀ ਹੈ, ਕਿਵੇਂ ਇਹ ਟਾਰਗੇਟ ਕਿਵੇਂ ਅਚੀਵ ਕੀਤੇ ਜਾਂਦੇ, ਉਹ ਫੇਕ ਜਿਹੜੇ ਆ ਵਿਊਜ਼, ਫੇਕ ਲਾਈਕ, ਸਾਰਾ ਕੁਝ ਇਹਦਾ ਚੱਲਦਾ ਹੈ। ਬਿਲਕੁਲ। ਇੱਕ ਇਹ ਜਿਹੜਾ ਮੀਡੀਆ ਦੇ ਰੋਲ ਦੀ ਆਪਾਂ ਗੱਲ ਕਰਦੇ ਪਏ ਹਾਂ ਜੀ, ਕੀ ਲੱਗਦਾ ਕਿ ਇਹ ਕਿਸੇ ਇਸ ਤਰੀਕੇ ਦਾ ਕੋਈ ਮੋੜ ਆਏਗਾ ਜਦੋਂ ਮੀਡੀਆ ਰਿਸਪੌਂਸੀਬਲ ਹੋ ਜਾਏਗਾ? ਮੈਂ ਮੀਡੀਆ ਨੂੰ ਇਰਰਿਸਪੌਂਸੀਬਲ ਨਹੀਂ ਕਹਿੰਦਾ ਜੀ, ਪਰ ਮੋਰ ਰਿਸਪੌਂਸੀਬਲ ਜੀ। ਇਹ ਡਿਪੈਂਡ ਕਰਦਾ ਹੈ ਕਿ ਮੀਡੀਆ 'ਚ ਕੰਮ ਕਰਨ ਵਾਲੇ ਵਰਕਰਸ ਦੀ ਟੀਮ ਕਿੱਦਾਂ ਦੀ ਹੈ, ਮੀਡੀਆ ਨੂੰ ਚਲਾਉਣ ਵਾਲਿਆਂ ਦੀ ਜਿਹੜੀ ਸੋਚ ਹੈ ਉਹ ਕਿੱਦਾਂ। ਕੋਈ ਵੀ ਮੀਡੀਆ ਹਾਊਸ ਹੈ, ਉਸ ਮੀਡੀਆ ਹਾਊਸ ਦਾ ਸਟਾਫ ਉਸ ਮੁਤਾਬਕ ਕੰਮ ਕਰੇਗਾ ਜੋ ਉਹਦੀ ਸੋਚ ਹੋਏ। ਬਹੁਤ ਸਾਰੇ ਮਸਲੇ ਆਪਾਂ ਦੇਖਦੇ ਹਾਂ ਕਿ ਕੋਈ ਪੈਂਡੈਮਿਕ ਦੀ ਗੱਲ ਕਰ ਲਈਏ ਜਾਂ ਕਿਤੇ ਕੋਈ ਫਲੱਡ ਆ ਜਾਂਦਾ ਹੈ, ਕਿਤੇ ਕਿਸੇ ਦੀ ਕੋਈ ਸਮੱਸਿਆ ਹੈ, ਜਿੱਥੇ ਮੀਡੀਆ ਇਕਜੁੱਟ ਹੋ ਜਾਂਦਾ ਹੈ। ਜਦੋਂ ਮੀਡੀਆ ਇੱਕ ਵੇਵ, ਇੱਕ ਹਾਈਪ, ਇੱਕ ਅੰਦੋਲਨ ਕ੍ਰੀਏਟ ਕਰਦਾ ਹੈ ਤੇ ਉਸ ਮਸਲੇ ਦਾ ਹੱਲ ਵੀ ਨਿਕਲ ਆਉਂਦਾ। ਸੋ ਬਹੁਤ ਸਾਰੇ ਪੋਜ਼ਿਟਿਵਸ ਹੈ, ਬਹੁਤ ਸਾਰੀਆਂ ਕੈਂਪੇਨਸ ਹੈ ਜਿਹੜਾ ਮੀਡੀਆ ਚਲਾ ਸਕਦਾ। ਇੱਕ ਗੱਲ ਤੁਹਾਡੀ ਗੱਲ ਇਸ ਵਿੱਚ ਮੈਂ ਇੱਕ ਗੱਲ ਹੋਰ ਜਿਹੜੀ ਹੈ ਉਹ ਲੱਭ ਕੇ ਤੇ ਗੱਲ ਕਰਨੀ ਚਾਹੁੰਦਾ, ਅੱਗੇ ਵਧਾਉਣਾ ਚਾਹੁੰਦਾ। ਉਹ ਹੈ ਕਿ ਮੀਡੀਆ ਹਾਊਸਿਸ ਜਿਹੜੇ ਆ, ਪਹਿਲਾਂ ਤਾਂ ਉਹ ਇਮਾਨਦਾਰੀ ਦੇ ਨਾਲ ਇਸ ਪਾਸੇ ਚੱਲਣ। ਜਦੋਂ ਮੀਡੀਆ ਹਾਊਸਿਸ ਸਮਝਦੇ ਆ ਕਿ ਸਾਡੀ ਗੱਲ ਹੀ ਸਿਰਫ ਕੀਤੀ ਜਾਵੇ, ਲੋਕ ਪੈਣ ਢੱਠੇ ਖੂਹ 'ਚ, ਉਦੋਂ ਕੰਮ ਨਹੀਂ ਬਣਦਾ। ਹੁਣ ਦੂਰਦਰਸ਼ਨ ਦੀ ਗੱਲ ਅਸੀਂ ਕੀਤੀ ਸੀਗੀ, ਦੂਰਦਰਸ਼ਨ ਸਰਕਾਰੀ, ਠੀਕ ਹੈ ਜੀ, ਬਿਲਕੁਲ ਸੈਂਟਰ ਗਵਰਨਮੈਂਟ ਦੀ ਬ੍ਰੌਡਕਾਸਟਿੰਗ ਮਿਨਿਸਟਰੀ ਦੇ ਅੰਡਰ ਆਉਂਦਾ ਦੂਰਦਰਸ਼ਨ। ਪਰ ਦੂਰਦਰਸ਼ਨ ਤੋਂ ਬਹੁਤ ਸਾਲ ਪਹਿਲਾਂ, ਤਕਰੀਬਨ 40 ਸਾਲ ਪਹਿਲਾਂ ਜੀ, ਇੱਕ ਪ੍ਰੋਗਰਾਮ ਚੱਲਿਆ ਸੀ ਜੀ ਗੁਰਸ਼ਰਨ ਸਿੰਘ ਨਾਟਕਕਾਰ ਦਾ, ਭਾਈ ਮੰਨਾ ਸਿੰਘ। ਬਿਲਕੁਲ ਸਹੀ ਕਿਹਾ, ਠੀਕ ਹੈ ਜੀ। ਉਹ ਸਰਕਾਰ ਨੂੰ ਚੰਗਾ ਨਾ ਲੱਗਦਾ ਹੋਵੇ ਸ਼ਾਇਦ, ਪਰ ਉਹ ਸਮਾਜ ਨੂੰ ਚੰਗਾ ਲੱਗਦਾ ਸੀ। ਬਿਲਕੁਲ। ਤੇ ਸਮਾਜ ਨੂੰ ਸੇਵਾ ਵੀ ਕਰਦਾ ਸੀ, ਸਮਾਜ ਦੀ ਉਹਦੀ ਅਗਵਾਈ ਵੀ ਕਰਦਾ ਸੀ, ਉਹਨੂੰ ਜਗਾਉਂਦਾ ਵੀ ਸੀ। ਈਵਨ ਦੈਨ ਸਰਕਾਰ ਨੇ ਉਹਨੂੰ ਅਸੈਪਟ ਕੀਤਾ ਤੇ ਉਹਨਾਂ ਦੀ ਬਾਗੀ ਸੁਰ ਨੂੰ ਵੀ
ਮੌਕਾ ਦਿੱਤਾ ਕਿ ਹਾਂ ਤੁਸੀਂ ਗੱਲ ਕਰੋ। ਬਿਲਕੁਲ ਇਹ ਪੋਸੀਬਿਲਿਟੀਜ਼ ਹੈਗੀਆਂ। ਅੱਜ ਇਦਾਂ ਦਾ ਮੀਡੀਆ ਹੈ ਹੀ ਕੋਈ ਨਹੀਂ। ਬਿਲਕੁਲ ਉਹਦੇ ਲਈ ਭਾਜੀ ਇਹ ਜ਼ਰੂਰੀ ਹੈ ਕਿ ਜਿਹੜਾ ਵੀ ਮੀਡੀਆ ਹਾਊਸ ਹੈ, ਸਭ ਤੋਂ ਪਹਿਲੀ ਗੱਲ ਤੇ ਉਹਦੀ ਇੱਛਾ ਹੋਵੇ। ਦੂਜਾ ਗੱਲ ਕਿ ਉਹਦੇ ਕੋਲ ਕੰਮ ਕਰਨ ਵਾਲਿਆਂ ਦੀ ਟੀਮ ਇੱਦਾਂ ਦੀ ਹੋਵੇ ਜਿਹੜੇ ਉਹ ਪਹਿਰੇਦਾਰੀ ਦਾ ਕੰਮ ਕਰ ਸਕਣ, ਜਿਨ੍ਹਾਂ ਦੀ ਗੱਲ 'ਚ ਅਸਰ ਹੋਵੇ, ਜਿਨ੍ਹਾਂ ਦੀ ਜਿਹੜੀ ਨੀਅਤ ਆ ਉਹ ਸਾਫ਼ ਹੋਵੇ ਕੰਮ ਕਰਨ ਦੇ ਲਈ। ਕਿਉਂਕਿ ਜਦੋਂ ਅਸੀਂ ਸੱਚੇ ਮਨ ਨਾਲ ਸੱਚੀ ਗੱਲ ਕਰਦੇ ਹਾਂ, ਉਹ ਦਿਲਾਂ ਨੂੰ ਜ਼ਰੂਰ ਅਪੀਲ ਕਰਦੀ ਹੈ, ਫੇਰ ਹੀ ਬਦਲਾਅ ਆਉਂਦਾ, ਫੇਰ ਹੀ ਕੈਂਪੇਨਸ ਚੱਲਦੀ। ਚਲੋ ਆਪਾਂ ਸਰਕਾਰੀ ਮੀਡੀਆ ਦੇ ਨਾਲ ਬਹੁਤ ਹੀ ਜੁੜੀ ਗੱਲ ਕੀਤੀ ਹੈਗੀ ਵੀ ਆਲ ਇੰਡੀਆ ਰੇਡੀਓ ਦੀ ਗੱਲ ਕਰ ਰਹੇ ਹੋ, ਉਹ ਵੀ ਸਰਕਾਰ ਦਾ, ਦੂਰਦਰਸ਼ਨ ਦੀ ਗੱਲ ਕੀਤੀ ਉਹ ਵੀ ਸਰਕਾਰ ਦੀ। ਬਹੁਤ ਸਾਰੀ ਮੀਡੀਆ ਦੇ ਉੱਤੇ ਇਸ ਵੇਲੇ ਵੱਡਿਆਂ ਘਰਾਣਿਆਂ ਦਾ ਕਬਜ਼ਾ ਜੀ। ਠੀਕ ਹੈ ਜੀ। ਆਮ ਕਿਹਾ ਜਾਂਦਾ ਜੀ ਇਹ ਤਾਂ ਸਰਕਾਰ ਦੀ ਜਿਹੜੀ ਆ ਬੋਲੀ ਬੋਲਦੇ ਆ, ਭਾਵੇਂ ਉਦੋਂ ਜਿਹੜੇ ਹੈਗੇ ਟੀਵੀ ਚੈਨਲ ਹੈਗੇ ਆ ਤੇ ਭਾਵੇਂ ਰੇਡੀਓ ਹੈਗੇ। ਇਹ ਉਲਾਂਭਾ ਜਿਹੜਾ ਲੋਕਾਂ ਦਾ ਕਿੰਨਾ ਕੁ ਜਾਇਜ਼ ਆ? ਕਾਫੀ ਹੱਦ ਤੱਕ ਜਾਇਜ਼ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਵੱਡੇ ਹਾਊਸਿਸ ਨੇ, ਫਿਰ ਜੇ ਉਹਨਾਂ ਦੀਆਂ ਇੰਟੈਂਸ਼ਨਸ ਜਿਹੜੀਆਂ ਨੇ ਉਹ ਹੋਰ ਤਰ੍ਹਾਂ ਦੀਆਂ ਨੇ, ਉਸ ਮੁਤਾਬਕ ਉਹ ਤਾਂ ਆਪਣੀ ਇੰਟੈਂਸ਼ਨ ਬਿਜ਼ਨਸ ਵਾਲੀਆਂ ਹੀ ਆ। ਹਾਂ ਬਿਲਕੁਲ। ਜਿੱਥੇ ਫਿਰ ਉਹ ਕਾਰੋਬਾਰ ਵਿੱਚ ਆ ਜਾਂਦਾ ਹੈ, ਉੱਥੇ ਥੋੜ੍ਹੀ ਜਿਹੀ ਸਮੱਸਿਆ ਜ਼ਰੂਰ ਆਉਂਦੀ ਹੈ। ਨਹੀਂ, ਉਹਨਾਂ ਦੀ ਤਾਂ ਇੰਟੈਂਸ਼ਨ ਇਹ ਵੀ ਹੈ ਜੀ ਕਿ ਸਰਕਾਰ ਦੀ ਨਜ਼ਰ ਵਿੱਚ ਚੰਗੇ ਬਣ ਕੇ ਰਹਿਣਾ। ਅਸੀਂ ਜੀ ਬੀਬੇ ਬੱਚੇ ਬਣੀਏ ਤੇ ਸਾਨੂੰ ਸਰਕਾਰ ਦੀ ਗੁੱਡ ਬੁੱਕਸ 'ਚ ਹੋਈਏ ਤਾਂ ਹੀ ਫਾਇਦਾ ਲੈ ਸਕਦੇ, ਅਦਰਵਾਈਜ਼ ਤਾਂ ਲੈ ਹੀ ਨਹੀਂ ਸਕਦੇ। ਬਿਲਕੁਲ ਬਿਲਕੁਲ। ਠੀਕ ਹੈ ਜੀ। ਇਹ ਸਗੋਂ ਗੱਲ ਦੂਰਦਰਸ਼ਨ ਦੇ ਖਾਤੇ 'ਚ ਪੈਂਦੀ ਆ ਕਿ ਉੱਥੇ ਦੇ ਜਿਹੜੇ EMPLOYEE ਆ, ਭਾਵੇਂ ਉਹ ਸਟੇਸ਼ਨ ਡਾਇਰੈਕਟਰ ਆ ਤੇ ਭਾਵੇਂ ਕੋਈ ਪ੍ਰੈਜ਼ੈਂਟਰ ਆ, ਉਹ ਇਸ ਤਰੀਕੇ ਦੀ ਪ੍ਰੈਜ਼ੈਂਟੇਸ਼ਨ ਦੇਵੇ ਜਾਂ ਪ੍ਰੋਗਰਾਮ ਕਰੇ ਵੀ ਉਹਨੂੰ ਨੌਕਰੀ ਤੋਂ ਜਵਾਬ ਨਾ ਮਿਲ ਜਾਵੇ। ਜਾਂ ਰੇਡੀਓ ਵਿੱਚ ਵੀ ਸੇਮ ਗੱਲ ਆ। ਜਿਹੜੇ ਇਹ ਪ੍ਰਾਈਵੇਟ ਮੀਡੀਆ ਦੇ ਵਿੱਚ ਹੈਗੇ, ਉਹਨਾਂ ਨੂੰ ਸ਼ਾਇਦ ਫੀਡਬੈਕ ਇਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਟੌਪਿਕ ਤੋਂ ਇੱਧਰ ਉੱਧਰ ਨਹੀਂ ਹੋਣਾ। ਬਿਲਕੁਲ। ਫਿਰ ਮੀਡੀਆ ਆਪਦਾ ਬੇਸਿਕ ਰੋਲ ਜਿਹੜਾ ਉਹਦਾ ਧਰਮ ਬਣਦਾ, ਉਹ ਤੋਂ ਤਾਂ ਪਿੱਛੇ ਹੋ ਗਿਆ। ਇਹ ਗੱਲ ਤੁਸੀਂ ਬਾਹਰਲੇ ਵਿਦੇਸ਼ੀ ਮੀਡੀਆ ਬਾਰੇ ਵੀ ਸੋਚਦੇ ਹੋ? ਵਿਦੇਸ਼ੀ ਮੀਡੀਆ 'ਚ ਮੈਂ ਦੇਖਦਾ ਹਾਂ ਕਿ ਥੋੜ੍ਹੀ ਬੇਬਾਕੀ ਜ਼ਿਆਦਾ, ਥੋੜ੍ਹਾ ਉਹਨੂੰ ਗੱਲ ਨੂੰ ਸਹੀ ਤਰੀਕੇ ਨਾਲ ਦੇਖਣ ਦਾ ਜੋ ਨਜ਼ਰੀਆ ਹੈ ਉਹਨਾਂ ਦਾ, ਔਰ ਉਹਨੂੰ ਬਿਆਨ ਕਰਨ ਦਾ ਜੋ ਤਰੀਕਾ ਹੈ, ਉਹ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸ਼ਾਇਦ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਜੋ ਨਿਊਜ਼ ਨੇ ਜਾਂ ਜਿਸ ਤਰ੍ਹਾਂ ਦੀਆਂ ਸਟੋਰੀਜ਼ ਆਉਂਦੀਆਂ ਨੇ, ਲੋਕ ਉਹਨਾਂ ਨੂੰ ਦੇਖਣਾ ਜ਼ਿਆਦਾ ਪਸੰਦ ਕਰਦੇ। ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜ ਕੇ ਦੂਸਰੇ ਮੀਡੀਆ ਨਾਲੋਂ। ਬਿਲਕੁਲ। ਟੀਵੀ ਤੇ ਤਾਂ ਉਦੋਂ ਹੀ ਟੀਵੀ ਵੱਲ ਧਿਆਨ ਹੁੰਦਾ ਜਦੋਂ ਸਾਰੇ ਬੈਠੇ ਖਾਣਾ ਖਾ ਰਹੇ, ਹਾਲਾਂ ਟੀਵੀ ਕਹਿੰਦੇ ਵੇਖਣਾ ਨਹੀਂ ਚਾਹੀਦਾ, ਪਰ ਖਾਣਾ ਖਾਂਦੇ ਲੋਕੀ ਟੀਵੀ ਦੇਖਦੇ। ਮੈਂ ਵੀ ਉਦੋਂ ਦੇਖਦਾ। ਤੇ ਇਹ ਇਸ ਤਰੀਕੇ ਨਾਲ ਜਿਹੜਾ ਇਹ ਦੂਸਰਾ ਸੋਸ਼ਲ ਮੀਡੀਆ, ਇਹਨੇ ਲੋਕਾਂ ਨੂੰ ਜ਼ਿਆਦਾ ਨਾਲ ਜੋੜਿਆ। ਸੋਸ਼ਲ ਮੀਡੀਆ ਦਾ ਰੋਲ ਜਿਹੜਾ ਉਹਦੇ ਤੇ ਵੀ ਤਾਂ ਕੁਐਸਚਨ ਹੈਗਾ ਹੀ ਹੈ ਨਾ। ਬਿਲਕੁਲ ਹੈ, ਪਰ ਸੋਸ਼ਲ ਮੀਡੀਆ ਇੱਕ ਬੜਾ ਸਟਰੋਂਗ ਮੀਡੀਅਮ ਹੈ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ। ਔਰ ਇੱਦਾਂ ਨਹੀਂ ਕਿ ਇਸਤੇਮਾਲ ਹੁੰਦਾ ਨਹੀਂ, ਹੋਇਆ ਵੀ ਹੈ। ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਜਾਂ ਧਰਤੀ ਦੇ ਕਿਸੇ ਕੋਨੇ 'ਚ ਬੈਠਾ ਕੋਈ ਵਿਚਾਰਾ ਮਜਬੂਰ ਹੈ, ਜਿਹਨੂੰ ਆਪਣੇ ਬੱਚੇ ਦੇ ਆਪਰੇਸ਼ਨ ਲਈ ਪੈਸੇ ਚਾਹੀਦੇ ਆ, ਔਰ ਉਹਦੇ ਲਈ ਕਈ ਵਾਰ ਕੋਈ ਅਪਰੋਚ ਕਰਦਾ, ਅੰਦੋਲਨ ਖੜਾ ਹੋ ਜਾਂਦਾ, ਪੈਸੇ ਇਕੱਠੇ ਹੋ ਜਾਂਦੇ, ਉਹਦੀ ਸਮੱਸਿਆ ਦੂਰ ਹੋ ਜਾਂਦੀ ਹੈ। ਸੋ ਸੋਸ਼ਲ ਮੀਡੀਆ ਨੇ ਸਾਨੂੰ ਸਾਰਿਆਂ ਨੂੰ ਇੱਕ ਛੱਤ ਥੱਲੇ, ਸਾਰਿਆਂ ਨੂੰ ਇਕੱਠਿਆਂ ਕਰਕੇ ਰੱਖਿਆ। ਪਰ ਇਹਦੇ 'ਤੇ ਹੁਣ ਨਿਰਭਰ ਇਹ ਕਰਦਾ ਹੈ ਕਿ ਆਪਾਂ ਕਿਸ ਨੀਅਤ ਨਾਲ, ਕਿਸ ਸੋਚ ਨਾਲ ਇਹਦਾ ਇਸਤੇਮਾਲ ਕਰਦੇ। ਤੁਸੀਂ ਗੱਲਾਂ ਬੜੀਆਂ ਵਧੀਆ ਕਰਦੇ ਜੀ। ਮੇਰਾ ਇੱਕ ਸਵਾਲ ਕਰਨ ਨੂੰ ਜੀ ਕੀਤਾ। ਹਾਂਜੀ। ਇੰਡੀਆ ਦੇ ਵਿੱਚ ਸਾਲ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਜੀ, ਉਦੋਂ ਸਰਕਾਰੀ ਮੀਡੀਆ ਦਾ ਕੀ ਰੋਲ ਸੀ? ਸਰਕਾਰੀ ਮੀਡੀਆ ਨੇ ਤਾਂ ਜੋ ਘਟਨਾਵਾਂ ਹੁੰਦੀਆਂ ਸੀ ਉਹਦੇ ਮੁਤਾਬਕ ਹੀ ਲੋਕਾਂ ਤੱਕ ਪਹੁੰਚਾਇਆ, ਪਰ ਉਸ ਅੰਦੋਲਨ 'ਚ ਜੋ ਸੋਸ਼ਲ ਮੀਡੀਆ ਨੇ ਰੋਲ ਪਲੇ ਕੀਤਾ ਉਹ ਕਾਫੀ ਪ੍ਰਭਾਵਸ਼ਾਲੀ ਸੀ, ਕਾਫੀ ਅਸਰਦਾਰ ਸੀ, ਜਿਸ ਕਰਕੇ ਇਹ ਅੰਦੋਲਨ ਆਪਾਂ ਅੰਦੋਲਨ ਤੇ ਸੋਸ਼ਲ ਮੀਡੀਆ ਬਰਾਬਰ ਚੱਲੇ ਦੋਨੋਂ। ਬਿਲਕੁਲ। ਉਹਨਾਂ ਨੇ ਅੰਦੋਲਨ ਜਿਤਾਉਣ ਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ। ਬਹੁਤ ਵੱਡਾ। ਸਰਕਾਰੀ ਮੀਡੀਆ ਜਿਹੜਾ ਸੀ, ਰੇਡੀਓ, ਉਹਨੂੰ ਕਿਵੇਂ ਲੈਂਦਾ ਸੀਗਾ? ਆਲ ਇੰਡੀਆ ਰੇਡੀਓ ਜਾਂ ਦੂਰਦਰਸ਼ਨ ਕਿਵੇਂ ਲੈਂਦਾ ਸੀ? ਦੇਖੋ, ਜਿਹੜਾ ਰੇਡੀਓ ਦਾ ਨਿਊਜ਼ ਡੈਸਕ ਹੈ ਜਾਂ ਨਿਊਜ਼ ਰੀਲ ਹੈ, ਉਹ ਜ਼ਿਆਦਾ ਸਟੋਰੀਜ਼ ਕਵਰ ਨਹੀਂ ਕਰਦਾ, ਉਹ ਤਾਂ ਸਿਰਫ ਨਿਊਜ਼ ਦਿੰਦਾ ਵੀ ਜੋ ਆਥੈਂਟਿਕ ਨਿਊਜ਼ ਨੇ, ਜੋ ਅੱਜ ਘਟਨਾ ਹੋਈ ਉਹ ਬ੍ਰੌਡਕਾਸਟ ਕਰਦਾ। ਆਥੈਂਟਿਕ ਮਤਲਬ ਜੋ ਸਰਕਾਰ ਵੱਲੋਂ ਕਿਹਾ ਜਾਂਦਾ? ਨਹੀਂ, ਜੋ ਮੰਨ ਲਓ ਹੁਣ ਇੱਕ ਨਿਊਜ਼ ਚੈਨਲ ਹੈ, ਉਹਨੇ ਆਪਣਾ ਨਿਊਜ਼ 'ਚ ਸਟੋਰੀ, ਇੱਕ ਖਬਰ ਹੈ ਤੇ ਉਹਦੇ ਖਬਰ ਨਾਲ ਜੁੜੀਆਂ ਸਟੋਰੀਜ਼ ਵੀ ਕਵਰ ਕਰਨੀਆਂ ਨੇ ਨਿਊਜ਼ ਚੈਨਲਸ ਨੇ, ਹੈ ਨਾ। ਔਰ ਜਿਹੜਾ ਆਲ ਇੰਡੀਆ ਰੇਡੀਓ ਦਾ ਜੋ ਨਿਊਜ਼ ਰੀਲ ਹੈ, ਉਹਨਾਂ ਨੇ ਕੁਝ ਲਾਈਨਾਂ ਜੋ ਨਿਊਜ਼
ਤੁਹਾਡੇ ਤੱਕ ਪਹੁੰਚਾ ਉਹਦੇ ਕੋਲ ਟਾਈਮ ਹੀ ਸਿਰਫ ਅੱਧਾ ਘੰਟਾ, ਹਾਂ 15 ਮਿੰਟ ਦਾ ਅੱਧਾ ਘੰਟਾ ਟਾਈਮ ਉਹਦੇ 'ਚ ਕਵਰ ਕਰਨਾ ਹਾਂ, ਉਹਨੇ। ਬਿਲਕੁਲ। ਜਿਹੜਾ ਨਿਊਜ਼ ਚੈਨਲ ਹੈਗਾ ਹਾਂ। ਉਹਨੂੰ ਤਾਂ ਨਿਊਜ਼ ਚਾਹੀਦੀ ਹੈ ਤੇ ਉਹਨੇ ਮਸਾਲਾ ਵੀ ਚਾਹੀਦਾ, ਉਹਨੇ ਉਹ ਰਿਪੀਟ ਵੀ ਕਰਨੀ ਹੈ, ਉਹਨੇ ਸਾਰਾ ਦਿਨ ਉਹ ਚਲਾਉਂਦੇ ਵੀ ਰਹਿਣਾ। ਪਰ ਜੋ ਰੇਡੀਓ ਹੈ, ਰੇਡੀਓ ਨੇ ਆਪਣੀ ਜੋ ਹੋਇਆ, ਜੋ ਘਟਨਾ ਹੋਈ, ਉਹਨੂੰ ਉਹਨੇ ਬਿਆਨ ਲੋਕਾਂ ਤੱਕ ਕਰ ਦਿੱਤਾ। ਇੰਡੀਆ 'ਚ ਬੈਠੇ ਤੁਸੀਂ ਜਾਂ ਤੁਹਾਡੇ ਵਰਗੇ ਹੋਰ ਜਿਹੜੇ ਮੀਡੀਆ ਨਾਲ ਲੋਕ ਜੁੜੇ ਹੋਏ ਆ, ਉਹ ਕਿਵੇਂ ਲੈਂਦੇ ਆ ਕਿ ਜਿਹੜੇ ਵਿਦੇਸ਼ਾਂ ਵਿੱਚ, ਇੰਗਲੈਂਡ 'ਚ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਦੇ ਵਿੱਚ ਜਿਹੜੇ ਪੰਜਾਬੀ ਮੀਡੀਆ ਨਾਲ ਜੁੜੇ ਲੋਕ ਆ, ਉਹ ਕਿੱਦਾਂ ਦਾ ਰੋਲ ਅਦਾ ਕਰਦੇ ਪਏ ਤੁਹਾਡੀ ਨਜ਼ਰ ਵਿੱਚ? ਕੁਝ ਚੈਨਲਸ ਨੇ ਜੋ ਬਹੁਤ ਅੱਛਾ ਕੰਮ ਕਰ ਰਹੇ, ਉਹ ਵਧੀਆ ਤਰੀਕੇ ਦੇ ਨਾਲ ਲੋਕਾਂ ਤੱਕ ਚੀਜ਼ਾਂ ਪਹੁੰਚਾ ਰਹੇ। ਪਰ ਫਿਰ ਮੈਂ ਉਹੀ ਗੱਲ ਆਪਣੀ ਦੁਹਰਾਵਾਂਗਾ ਕਿ ਜ਼ਿਆਦਾਤਰ ਇਹ ਕੁਝ ਮਾਯੂਸੀ ਹੁੰਦੀ ਹੈ ਇਸ ਗੱਲ 'ਤੇ ਕਿ ਜਿਹੜੇ ਸਕਿਲਡ ਬੰਦੇ ਆ ਕੰਮ ਕਰਨ ਵਾਲੇ, ਉਹ ਛੁੱਟ-ਪੁੱਟ ਨੇ, ਥੋੜ੍ਹੇ ਉਂਗਲਾਂ 'ਤੇ ਗਿਣੇ ਜਾ ਸਕਦੇ, ਜ਼ਿਆਦਾ ਨਹੀਂ। ਜ਼ਿਆਦਾ ਲੋਕਾਂ 'ਚ ਉਹ ਜੋ ਹੋਣਾ ਚਾਹੀਦਾ, ਮਿਆਰ ਹੋਣਾ ਚਾਹੀਦਾ, ਹਾਂਜੀ, ਉਹ ਵੇਖਣ ਨੂੰ ਨਹੀਂ ਮਿਲਦਾ। ਬਟ ਇਹ ਹੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਇੱਥੇ ਪੰਜਾਬੀ ਮੀਡੀਆ ਦਾ ਪਸਾਰਾ ਇੰਨਾ ਜ਼ਿਆਦਾ, ਬਹੁਤ ਜ਼ਿਆਦਾ ਪਸਾਰਾ, 24 ਘੰਟੇ ਚੈਨਲ ਚੱਲਦੇ ਕਈ। ਹਾਂ, ਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ, ਬਹੁਤ ਸਾਲ ਪਹਿਲਾਂ ਮੈਂ ਇਹ ਗੱਲ ਸੁਣੀ ਸੀ, ਪਰ ਅੱਜ ਹੁਣ ਉਹ ਸੱਚ ਹੁੰਦੀ ਦਿਸਦੀ ਹੈ ਕਿ ਕਹਿੰਦੇ ਨੇ ਕਿ ਗੱਲ ਬਣਾਈ ਕਿਸੇ ਨੇ ਵੀ ਅਮਰੀਕਾ ਤੇ ਕੈਨੇਡਾ ਦੇ ਪ੍ਰੈਜ਼ੀਡੈਂਟ ਦੇ ਸਾਹਮਣੇ ਇੱਕ ਵਿਗਿਆਨੀ ਆਇਆ ਤੇ ਉਹ ਕਹਿੰਦਾ ਜੀ ਕਿ ਮੈਂ ਮਸ਼ੀਨ ਤਿਆਰ ਕੀਤੀ ਹੈ, ਇਹ ਮਸ਼ੀਨ ਜੋ ਅੱਜ ਤੋਂ 40 ਸਾਲ ਬਾਅਦ ਹੋਏਗਾ ਉਹਦੇ ਬਾਰੇ ਹੁਣੇ ਹੀ ਤੁਹਾਨੂੰ ਦੱਸ ਦੇਗੀ। ਤੇ ਉਹ ਬੜੇ ਹੈਰਾਨ ਹੋਏ ਤੇ ਉਹਨਾਂ ਨੇ, ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਦੇਖੋ ਅਮਰੀਕਾ ਦਾ ਕੀ ਹਾਲ ਹੋਏਗਾ। ਤੇ ਉਹਨੇ ਕੱਢਿਆ ਤੇ ਉਹ ਕਹਿੰਦਾ ਜੀ ਕਿ ਇਹ ਦੱਸਦੀ ਆ ਵੀ ਅੱਜ ਤੋਂ 40 ਸਾਲ ਬਾਅਦ ਵੀ ਅਮਰੀਕਾ ਸੁਪਰ ਪਾਵਰ ਹੀ ਰਹੇਗਾ ਤੇ ਸਾਰੇ ਮੁਲਕ ਇਹਦੇ ਮਗਰ ਲੱਗੇ ਰਹਿਣਗੇ ਤੇ ਇਹਦੀ ਪਾਵਰ ਹੋਏਗੀ, ਹਰ ਪਾਸੇ ਇਹਦੀ ਜੈ ਜੈਕਾਰ। ਉਹਨਾਂ ਨੇ ਕਿਹਾ ਜੀ ਕੈਨੇਡਾ ਦਾ ਦੱਸੋ, ਤੇ ਉਹਨੇ ਟਾਈਪ ਕੀਤਾ ਵਿਗਿਆਨੀ ਨੇ ਤੇ ਉਹ ਕੈਨੇਡਾ ਦਾ ਉਹਨੇ ਕੱਢਿਆ ਤੇ ਉਹ ਕੈਨੇਡਾ ਦੇ ਕਹਿੰਦੇ ਪ੍ਰੈਜ਼ੀਡੈਂਟ ਵੀ ਪੜ੍ਹ ਕੇ ਸੁਣਾਓ ਵੀ ਕੀ ਕਹਿੰਦਾ। ਕਹਿੰਦਾ ਜੀ ਮੈਂ ਪੜ੍ਹਾ ਕੀ ਹੈ, ਸਾਰਾ ਕੁਝ ਤੇ ਪੰਜਾਬੀ 'ਚ ਲਿਖਿਆ, ਸਾਰਾ ਪੰਜਾਬੀ 'ਚ ਲਿਖਿਆ। ਸੋ ਪੰਜਾਬੀ ਦਾ ਇਹ ਜਿਹੜਾ ਪਸਾਰਾ ਵੇਖ ਕੇ ਬਹੁਤ ਚੰਗਾ ਲੱਗਦਾ ਤੇ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਸੁਧਾਰ ਹੁੰਦਾ ਜਾਏਗਾ ਔਰ ਸਾਡੀ ਮਾਂ ਬੋਲੀ ਇਸੇ ਤਰ੍ਹਾਂ ਹਰ ਜੱਗ ਦੇ ਕੋਨੇ 'ਚ ਫੈਲੇਗੀ। ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ। ਤੁਸੀਂ ਇਹ ਜਿਹੜੀ ਗੱਲ ਸੁਣਾਈ ਹੈ, ਭਾਵੇਂ ਕਿਸੇ ਨੇ ਬਣਾਈ ਗੱਲ ਹੈ, ਸੱਚਾਈ ਤਾਂ ਨਹੀਂ ਹੈਗੀ, ਚਲੋ ਬਣਾਈ ਗੱਲ ਹੈ, ਪਰ ਤੁਸੀਂ ਨਰੇਟ ਜਿਸ ਤਰੀਕੇ ਨਾਲ ਕੀਤੀ ਉਹਦੇ ਨਾਲ ਮਾਣ ਤਾਂ ਹੁੰਦਾ। ਤੁਹਾਨੂੰ ਵੀ ਹੋਇਆ, ਮੈਨੂੰ ਵੀ ਹੋਇਆ। ਬਿਲਕੁਲ। ਕੋਸ਼ਿਸ਼ ਸਾਡੀ ਇਹੀ ਹੈ ਜੀ, ਅਸੀਂ ਵਾਇਸ ਆਫ ਇੰਡੀਆ ਤੋਂ ਪੰਜਾਬੀ ਬਾਰੇ ਵੀ ਉਨੇ ਸ਼ਿੱਦਤ ਨਾਲ ਗੱਲ ਕਰਦੇ ਹਾਂ, ਹਿੰਦੀ ਬਾਰੇ ਵੀ ਉਨੀ ਸ਼ਿੱਦਤ ਨਾਲ ਕਰਦੇ ਹਾਂ। ਸਾਡੇ ਕੁਝ ਪ੍ਰੋਗਰਾਮ ਜਿਹੜੇ ਆ ਉਹ ਹਿੰਦੀ ਵਿੱਚ ਹੁੰਦੇ ਆ, ਪੰਜਾਬੀ ਵਿੱਚ ਜ਼ਿਆਦਾ ਹੁੰਦੇ ਆ। ਸਾਡੀ ਕੋਸ਼ਿਸ਼ ਹੁੰਦੀ ਕਿ ਪੰਜਾਬ ਨਾਲ ਜੁੜ ਕੇ ਗੱਲ ਕੀਤੀ ਜਾਵੇ, ਪੰਜਾਬੀਅਤ ਨਾਲ ਜੁੜ ਕੇ ਗੱਲ ਕੀਤੀ ਜਾਵੇ। ਕਈ ਇੱਦਾਂ ਦੇ ਪ੍ਰੋਗਰਾਮ ਸਾਡੇ ਹੈਗੇ ਆ। ਤੁਸੀਂ ਆਏ ਹੋ ਜੀ, ਸਮਾਂ ਕੱਢਿਆ, ਤੁਹਾਡੀ ਬਹੁਤ ਮਿਹਰਬਾਨੀ। ਬਹੁਤ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਜੇ ਕੁਝ ਦਿਨ ਰਹਿਣਾ ਹੈਗਾ, ਆਪਾਂ ਕਿਸੇ ਹੋਰ ਟੌਪਿਕ ਤੇ ਹੋਰ ਖੁੱਲ੍ਹ ਕੇ ਵਿਚਾਰਾਂ ਕਰਾਂਗੇ। ਬਹੁਤ ਮਿਹਰਬਾਨੀ ਵੀਰਿੰਦਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ।